जेह सिमरन नाही तोहि कान, मंदिर सोवह पटंबर तान। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगी अटल शब्दा अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़ी प्यार अर सत्कार दे नाल अमृत बाणी हर हर तेरी, सुन सुन होवै परमगत मेरी। जलन बुझी शीतल होए मनुआ, सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके इलाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। जिह सिमरना नाही तोहि काना। जिस परमेश्वर का सिमरन भजन करके तैनू किसी भी देवी देवते की कनौड़ नहीं रहेगी। मंदर सोवह पटंबर तान। जिस परमेश्वर की कृपा करके तू रेशमी वस्त्रां नू तान पा फुला के प्रतख सोहने मंदिरां घरां दे विच सौंदा है, इसी प्रकार मंदिर मंदर सोवह पटंबर तान। सो जिस परमेश्वर की कृपा करके तू प्रेम रूपी वस्त्र तान के साध संगत रूप घर में सौवेगा, अस्तित्व होना करेगा। इसी तरह मंदर सोवह पटंबर तान। जिस परमेश्वर की कृपा करके तू ज्ञान रूप वस्त्र तान के अधिष्ठान रूप मंदिर अंदर निर्विकल्प समाधि विच सौना करेगा, अस्तित्व होना करेगा। सेज सुखाली बिगसा जियो। ये भाई जिस परमेश्वर की कृपा नाल तू सुखा वाली सेजा ते आराम नाल पैना करदा है, और तेरा जिहड़ा जीओ चित है दुध वांग चिट्टी सुंदर सेजा नू वेख के बड़ा प्रसन्न हुंदा है। इसी प्रकार सेज सुखाली बिगसा जियो। जिस परमेश्वर की कृपा नाल तेरी अंतःकरण वसेजा सुखा वाली बनी हुई है, अते तेरा चित शांति आदि गुणों के सहित होने करके प्रसन्न हुंदा है। सो सिमरना तू अण दिन पियो। इसलिए उस प्रभु के सिमरन रूप अमृत नू तू दिन ते रात ये पीना कर। अमृत रस हर कीर्तनो को बिरला पीवै, वजो नानक मिलै एक नाम, रिद जप जप जीवै। जिह सिमरन तेरी जाए बालाए। जिस परमेश्वर का सिमरन भजन करके तेरी विद्या रूप बला चली जावेगी। जिह सिमरन तुझ पोह नामाए। जिस परमेश्वर का सिमरन भजन करके तैनू माया पो नहीं सकती, भाव लग नहीं सकती।
ਮਾਏ हे ਭਾਈ ਤੈਨੂੰ ਕਾਲ ਪੂ ਨਹੀਂ ਸਕੇਗਾ। ਸਿਮਰ ਸਿਮਰ ਹਰ ਹਰ ਮਨ ਗਾਈਐ। हे ਭਾਈ ਸਿਮਰਨ ਯੋਗ ਹਰੀ ਪਰਮੇਸ਼ਰ ਦਾ ਸਿਮਰਨ ਚਿਤ ਲਾ ਕੇ ਬਾਣੀ ਦੁਆਰਾ ਗਾਉਣਾ ਕਰ। ਜਿਹ ਇਹੋ ਸਿਮਰਨ ਸਤਿਗੁਰ ਤੇ ਪਾਈਐ। ਪਰੰਤੂ ਇਹ ਪ੍ਰਭੂ ਦਾ ਸਿਮਰਨ ਭਜਨ ਪੂਰੇ ਸਤਿਗੁਰੂ ਜੀ ਤੋਂ ਪਾਉਣਾ ਕਰੀਦਾ ਹੈ। ਸਦਾ ਸਦਾ ਸਿਮਰ ਦਿਨ ਰਾਤ। ਇਹ ਭਾਈ ਹਮੇਸ਼ਾ ਰਹਿਣ ਵਾਲੇ ਪਰਮੇਸ਼ਰ ਦਾ ਹਮੇਸ਼ਾ ਦਿਨ ਰਾਤ ਸਿਮਰਨ ਕਰ, ਜਾਂ ਸਦਾ ਸਦਾ ਪਰਮੇਸ਼ਰ ਦਾ ਸਿਮਰਨ ਕਰਨ ਨਾਲ ਅਵਿਦਿਆ ਰੂਪ ਰਾਤ ਤੋਂ ਬ੍ਰਹਮ ਗਿਆਨ ਰੂਪ ਦਿਨ ਹੋ ਜਾਵੇਗਾ। ਉਠਤ ਬੈਠਤ ਸਾਸ ਗਰਾਸ। ਉੱਠਦਿਆਂ ਬੈਠਦਿਆਂ ਸਵਾਸ ਬਾਹਰ ਨੂੰ ਨਿਕਲਦਿਆਂ ਤੇ ਗਰਾਹੀ ਦੇ ਨਾਲ ਭੋਜਨ ਖਾਂਦਿਆਂ ਜਾਂ ਅੰਦਰ ਨੂੰ ਸਾਹ ਖਿੱਚਦਿਆਂ ਹਰ ਵਕਤ ਸਿਮਰਨ ਕਰਿਆ ਕਰ। ਜੇ ਤੂੰ ਸੰਤ ਬਣਨਾ ਹੈ, ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰ ਨਾਮ ਮਨਮੰਤ ਧਨ ਸੇ ਨਾਨਕਾ, ਪੂਰਨ ਸੋਈ ਸੰਤ। ਇਸੇ ਪ੍ਰਕਾਰ ਸਦਾ ਸਦਾ ਸਿਮਰ ਦਿਨ ਰਾਤ। ਸੰਸਾਰ ਤੋਂ ਉਪਰਾਮ ਹੁੰਦਿਆਂ ਨਿਰਵਿਕਲਪ ਸਮਾਧੀ ਵਿੱਚ ਕਸਤਿਤ ਹੁੰਦਿਆਂ ਪਰਮੇਸ਼ਰ ਨੂੰ ਸਵਾਸਾਂ ਦਾ ਆਸਰਾ ਰੂ ਮੰਨਦਿਆਂ ਸਦਾ ਸਦਾ ਦਿਨ ਅਤੇ ਰਾਤ ਭਾਵ ਇੱਕ ਰਸ ਉੱਠਦਿਆਂ ਬੈਠਿਆਂ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਦੀ ਆਈਐ। ਜਰ ਨਾਨਕ ਗੁਰਮੁਖ ਇਹੋ ਲਹੀਐ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਇਸ ਤਰ੍ਹਾਂ ਸੋ ਆਪਦੇ ਜਾਂ ਸਪੇਸਾਂ ਨੂੰ ਕਵਰ ਕਰ। ਕਈ ਮੇਰੇ ਵਰਗੇ ਇਹੀ ਸੋਚਦੇ ਰਹਿੰਦੇ ਨੇ ਕਿ ਮੈਨੂੰ ਸਮਾਂ ਮਿਲੇਗਾ, ਮੈਂ ਚੌਂਕੜਾ ਮਾਰਾਂਗਾ, ਫਿਰ ਮਾਲਾ ਫੜਾਂਗਾ, ਫਿਰ ਮੈਂ ਵਾਹਿਗੁਰੂ ਵਾਹਿਗੁਰੂ ਕਰਾਂਗਾ। ਨਾ ਹੁਣ ਟਾਈਮ ਮਿਲੇ, ਨਾ ਚੌਂਕੜਾ ਮਾਰੇ ਤੇ ਨਾ ਮਾਲਾ ਫੇਰੇ। ਇਸ ਤਰ੍ਹਾਂ ਸੋਚਦੇ ਆ, ਸੋਚਤ ਸਾਚਤ ਰੈਨ ਬਿਹਾਨੀ। ਉਮਰਾਂ ਰੂਪੀ ਰਾਤ ਜਿਹੜੀ ਹੈ ਸੋਚਦਿਆਂ ਸਾਚਦਿਆਂ ਹੀ ਬਤੀਤ ਹੋ ਜਾਂਦੀ ਹੈ। ਸੰਤ ਮਸਕੀਨ ਜੀ ਦੀ ਮੈਂ ਕਥਾ ਸੁਣੀ 5-7 ਮਿੰਟ ਦੀ। ਕਿਸੇ ਦੇ ਘਰ ਗਿਆ, ਉੱਥੇ ਲੱਗੀ ਹੋਈ ਸੀ। ਉਹ ਮੈਨੂੰ ਅਜੇ ਤੱਕ ਯਾਦ ਹੈ। ਉਹ ਬਚਨ ਕਰ ਰਹੀ ਸੀ, ਕਹਿੰਦੇ ਵੀ ਜਿਹੜਾ ਸੋਚਦਾ ਹੈ ਕਿ ਅਜੇ ਮੈਂ ਪੜ੍ਹਦਾ ਹਾਂ ਤੇ ਜਦ ਮੈਂ ਡਿਗਰੀ ਕਰ ਲਈ ਫਿਰ ਮੈਂ ਵਿਹਲਾ ਹੋ ਕੇ ਨਿਤਨੇਮ ਕਰੂੰਗਾ, ਬਾਣੀ ਪੜ੍ਹਿਆ ਕਰੂੰਗਾ ਜਾਂ ਵਾਹਿਗੁਰੂ ਵਾਹਿਗੁਰੂ ਕਰੂੰਗਾ, ਤੇ ਉਹ ਇਨਸਾਨ ਜਿਹੜਾ ਹੈ ਜਿਹੜਾ ਇਹ ਸੋਚਦਾ ਕਿ ਮੈਂ ਆਹ ਕੰਮ ਕਰਾਂਗਾ ਫਿਰ ਮੈਂ ਇਹ ਕੰਮ ਕਰਾਂਗਾ, ਉਹ ਹਮੇਸ਼ਾ ਸਕੀਮਾਂ ਹੀ ਕੱਢਦਾ ਰਹਿੰਦਾ, ਸੋਚਦਾ ਹੀ ਰਹਿੰਦਾ, ਕੁਛ ਕਰ ਨਹੀਂ ਸਕਦਾ। ਕਿਉਂਕਿ ਇਹ ਮੈਂ ਗੱਲ ਪ੍ਰਤਿਆਈ ਹੈ ਕਿ ਇਨਸਾਨ ਸਾਰੀ ਉਮਰ ਕਦੀ ਵੀ ਵਿਹਲਾ ਨਹੀਂ ਹੁੰਦਾ। ਡਿਗਰੀ ਤੋਂ ਬਾਅਦ ਮੁੜ ਕੇ ਫਿਰ ਹੋਰ ਦੌੜ ਭੱਜ ਲੱਗ ਜਾਂਦੀ ਹੈ। ਜੇ ਬੰਦਾ ਸੋਚੇ ਵੀ ਨੌਕਰੀ ਲੱਗ ਜਾਵਾਂਗੇ, ਮੋਟਾ ਮਾਲ, ਚੰਗੀ ਤਨਖਾਹ ਹੋਊਗੀ, ਫਿਰ ਸੌਖੇ ਹੋ ਗਏ, ਫਿਰ ਸਿਮਰਨ ਕਰਾਂਗੇ, ਸਭ ਕੁਝ ਆ ਗਿਆ। ਤੋ ਉਸ ਤੋਂ ਬਾਅਦ ਫਿਰ ਸ਼ਾਦੀ ਤੋਂ ਬਾਅਦ ਕਰਾਂਗੇ, ਫਿਰ ਬੱਚਿਆਂ ਤੋਂ ਬਾਅਦ ਕਰਾਂਗੇ, ਅੰਮ੍ਰਿਤ ਛਕਣ ਵਾਰੀ ਲਾ ਲਓ। ਇਸ ਤਰ੍ਹਾਂ ਬੰਦਾ ਬੁੱਢਾ ਹੋ ਜਾਂਦਾ ਤੇ ਬਜ਼ੁਰਗ ਬੰਦਾ ਵੀ ਕਈ ਗੱਲਾਂ ਸੋਚਦਾ ਹੈ। ਇਸ ਤਰ੍ਹਾਂ ਸਾਰੀ ਉਮਰ ਹੀ ਅੱਜ ਕੱਲ੍ਹ ਕਰਦੀਆਂ ਕਾਲ ਵਿਆਪੈ ਹੌਲੀ ਹੌਲੀ ਗੁਜ਼ਰੀ ਜਾਂਦੀ ਹੈ। ਮੰਮੀ ਨਾਲ ਹੀ ਆ, ਇਹ ਨਹੀਂ ਵੀ ਮੈਂ ਕੋਈ ਵੱਖਰਾ ਹਾਂ। ਦੁਨੀਆ ਦੀ ਰੀਤੀ ਹੋਈ ਇਸ ਤਰ੍ਹਾਂ ਦੀ ਹੈ, ਹਮੇਸ਼ਾ ਆਪਾਂ ਸੋਚਦੇ ਜ਼ਿਆਦਾ ਕਰਦੇ ਘੱਟ ਹਾਂ, ਤਾਂ ਹੀ ਅਸੀਂ ਬਿਮਾਰ ਰਹਿੰਦੇ ਆ। ਕਰਦੇ ਕੁਛ ਹੈ ਨਹੀਂ, ਸੋਚੀ ਜਾਈਦਾ, ਚਿੰਤਾ ਤਾਵਤ ਰਹਿ ਗਏ, ਮਨ ਮੈਂ ਸ਼ਬਦ ਆਨੰਦ।
ਜਿਹੜੇ ਚਿੰਤਾ ਵਿੱਚ ਦੌੜਨ ਤੋਂ ਰਹਿ ਗਏ ਨੇ, ਮਨ ਵਿੱਚ ਸ਼ਬਦ ਦਾ ਆਨੰਦ ਲੈਂਦੇ ਨੇ, ਅਸਲ 'ਚ ਉਹੀ ਕਾਮਯਾਬ ਪੁਰਖ ਹਨ। ਸੋ ਸਮੇਂ ਨੂੰ ਆਪਾਂ ਕੱਢਣਾ ਨਹੀਂ ਹੈ, ਸਮੇਂ ਦੀ ਕਵਰੇਜ ਕਰਨੀ ਹੈ। ਜਿਸ ਤਰ੍ਹਾਂ ਜਿੰਨੀ ਮਰਜ਼ੀ ਵੱਡੀ ਲਾਈਨ ਲੱਗੀ ਹੋਵੇ, ਕਈ ਵਾਰ ਰੇਲਵੇ ਸਟੇਸ਼ਨ ਦੇ ਉਹ ਲਾਈਨ 'ਚ ਖੜਨ ਦਾ ਮੌਕਾ ਮਿਲਿਆ, ਬੰਦਾ ਖੜਾ ਹੈ, ਹੁਣ ਬ੍ਰੇਕ ਹੋ ਗਈ ਜੀ, 10:30 ਜਾਂ 11 ਵੱਜ ਗਏ, 15 ਮਿੰਟਾਂ ਦੀ ਬ੍ਰੇਕ ਹੈ। ਕਾਹਦੇ ਲਈ? ਚਾਹ ਪੀਣ ਵਾਸਤੇ। ਜਿਹੜੇ ਖੜੇ ਨੇ ਮਤਲਬ ਸਰਕਾਰ ਵੀ ਕੰਮ ਦੇ ਵਿੱਚੋਂ ਬ੍ਰੇਕ ਦਿੰਦੀ ਹੈ ਵੀ ਆਪਦੀ ਚਾਹ ਪੀਓ। ਹੁਣ ਜੀ ਲੰਚ ਹੋ ਗਿਆ ਜੀ, ਜਿਹੜੀ ਲਾਈਨ 'ਚ ਖੜੇ ਨੇ ਉਹਨਾਂ ਨੂੰ ਕੀ, ਉਹਨਾਂ ਦਾ ਕੰਮ ਹੀ ਇਹ ਹੈ, ਖੜੇ ਰਹੋ। 1 ਘੰਟੇ ਬਾਅਦ ਹੁਣ ਆਪਾਂ ਬਾਰੀ ਖੋਲਾਂਗੇ, ਰੋਟੀ ਦਾ ਟਾਈਮ ਹੋ ਗਿਆ। ਜਿੰਨਾ ਮਰਜ਼ੀ ਕੰਮ ਹੈ, ਭਾਵੇਂ ਲੈਂਟਰ ਪੈ ਰਿਹਾ, ਮਸ਼ੀਨਾਂ ਲੱਗੀਆਂ ਹੋਈਆਂ ਨੇ, ਪਰ ਹੁਣ ਪੇਟ ਤਾਂ ਭਰਨਾ ਹੀ ਹੈ। ਇਸ ਵਾਸਤੇ ਆਪਾਂ ਰੋਟੀ ਦਾ ਟਾਈਮ ਵੀ ਕੱਢਦੇ ਹਾਂ। ਮੈਨੂੰ ਤਾਂ ਖਾਣ ਨੂੰ ਹੀ ਘੰਟਾ ਲੱਗ ਜਾਂਦਾ। ਜਿਹੜੇ ਬਣਾਉਂਦੇ ਨੇ ਖੁਦ ਆਪਦੇ ਹੱਥੀਂ, ਉਹਨਾਂ ਨੂੰ ਕਿੰਨਾ ਸਮਾਂ ਲੱਗਦਾ ਹੋਊਗਾ ਦੱਸੋ। ਦਿਹਾੜੀ 'ਤੇ ਵੀ ਜਾਣਾ ਹੈ, ਆਪ ਚੁੱਲ੍ਹਾ ਵੀ ਬਾਲਣਾ, ਪਕਾਉਣਾ ਵੀ ਹੈ, ਅਤੇ ਉਹਦੇ ਤੋਂ ਬਾਅਦ ਤਿਆਰ ਵੀ ਹੋਣਾ, ਕੱਪੜੇ ਵੀ ਆਪ ਧੋਵੋ, ਪ੍ਰੈਸ ਵੀ ਕਰੋ। ਕਿੰਨਾ ਟਾਈਮ ਬਰਬਾਦ ਹੋ ਗਿਆ। ਉਹਨਾਂ ਲਈ ਆਪਾਂ ਟਾਈਮ ਕੱਢਦੇ ਹਾਂ ਨਾ, ਪੜ੍ਹਾਈ ਦੇ ਵਿੱਚੋਂ, ਕੰਮ ਦੇ ਵਿੱਚੋਂ। ਤੇ ਇਸ ਵਾਸਤੇ ਰਸਤੇ ਵਿੱਚ ਜਾਂਦਿਆਂ ਆਉਂਦਿਆਂ ਵੀ ਕਿੰਨਾ ਸਮਾਂ ਬਰਬਾਦ ਹੁੰਦਾ। ਅੰਮ੍ਰਿਤਸਰ ਨੂੰ 6 ਘੰਟੇ ਲੱਗ ਜਾਂਦੇ, ਉਹ ਵੀ ਤਾਂ ਆਪਾਂ ਜਾਈਦਾ ਹੀ ਹੈ। ਤੋ ਕਹਿਣ ਤੋਂ ਮੁਰਾਦ ਇਹ ਹੈ ਕਿ ਹਰੇਕ ਕੰਮ ਲਈ ਸਮਾਂ ਮਿਲਦਾ ਨਹੀਂ, ਕੱਢਣਾ ਪੈਂਦਾ ਹੈ। ਬਿਜੀ ਸਕੈਜੂਅਲ ਦੇ ਵਿੱਚੋਂ ਵੀ ਸਾਨੂੰ ਰੋਟੀ ਲਈ, ਸੌਣ ਵਾਸਤੇ, ਬਹਿਣ ਖਲੋਣ ਲਈ, ਗੱਲਬਾਤ ਲਈ, ਮਿਲਣ ਜੁਲਣ ਲਈ ਸਮਾਂ ਕੱਢਣਾ ਪੈਂਦਾ। ਅਤੇ ਜਿਹੜੀ ਹੈਬਿਟ ਬਣ ਜਾਏ, ਜਿਹੜਾ ਕੰਮ ਸ਼ੁਰੂ ਕਰ ਲਈਏ, ਉਹਦੇ ਲਈ ਸਮਾਂ ਆਪਦੇ ਆਪ ਨਿਕਲਦਾ ਹੁੰਦਾ। ਫਿਰ ਵੀ ਜੇ ਆਪਾਂ ਬਹਾਨਾ ਕਰੀਏ ਤਾਂ ਜਿਹੜੀਆਂ ਸਪੇਸਾਂ ਨੇ, ਰਸਤੇ ਵਿੱਚ ਆਉਂਦਿਆਂ ਜਾਂਦਿਆਂ ਸਾਡੇ ਪਾਸ ਸਮਾਂ ਹੈ, ਅਤੇ ਸਵੇਰ ਸ਼ਾਮ ਦਾ ਸਮਾਂ ਹੈ, ਉਹਨਾਂ ਸਪੇਸਾਂ ਨੂੰ ਆਪਾਂ ਕਵਰ ਕਰ ਸਕਦੇ ਹਾਂ। ਸਮਾਂ ਕੱਢਣ ਦੀ ਬਜਾਏ ਸੁਤੇ ਸਿੱਧੇ। ਅਤੇ ਜਦੋਂ ਵੀ ਸਪੇਸ ਮਿਲੇ ਉਦੋਂ ਵਾਹਿਗੁਰੂ 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 ਦਾ ਨਾਮ, ਜੇ ਅੰਮ੍ਰਿਤ ਵੇਲੇ ਘੜੀ ਘੰਟਾ ਲਾਇਆ ਹੋਵੇ ਤਾਂ ਫਿਰ ਦਿਨੇ ਵੀ ਭਗਤ ਨਾਮਦੇਵ ਜੀ ਅਤੇ ਤਰਲੋਚਨ ਜੀ ਦੇ ਸੰਵਾਦ ਵਿੱਚ ਇਹ ਪਾਵਨ ਬਹੁਤ ਹੀ ਸੁੰਦਰ ਸ਼ਲੋਕ ਹੈ। ਕਹਿੰਦੇ ਨੇ, ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ, ਕਾਹੇ ਛਿਪੋ ਛਾਈ ਲੈ ਰਾਮ ਨਾ ਲਾਭੋ ਚੀਤ। ਕਿ ਨਾਮਦੇਵ, ਮੈਂ ਤਾਂ ਸੋਚਿਆ ਸੀ ਤੇਰੀ ਬੜੀ ਮਹਿਮਾ ਹੈ, ਤੂੰ ਕਿਤੇ ਸਮਾਧੀ ਲਾ ਕੇ ਬੈਠਾ ਹੋਏਗਾ, ਪਰ ਤੂੰ ਤਾਂ ਗਾਹਕਾਂ ਦੇ ਨਾਲ ਲੜ ਰਿਹਾ ਹੈ, ਛਾਲਾਂ ਛਾਪ ਵੰਡ ਰਿਹਾ। ਤਾਂ ਨਾਮਦੇਵ ਜੀ ਨੇ ਉੱਤਰ ਦਿੱਤਾ, ਨਾਮਾ ਕਹਿ ਤਰਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਫਿਰ ਕੰਮ ਕਰਦਿਆਂ ਵੀ ਸੋ ਆਪਣੇ ਆਪ ਹੀ ਮਹਾਰਾਜ ਦਾ ਨਾਮ ਚੇਤੇ ਆਉਂਦਾ ਹੈ। ਜਿਵੇਂ ਭਗਤ ਨਾਮਦੇਵ ਜੀ ਨੇ ਇੱਕ ਉਦਾਹਰਣ ਦਿੱਤੀ ਹੈ। ਕਹਿੰਦੇ ਨੇ ਕਿ ਜਿਵੇਂ ਨੌਜਵਾਨ ਜਿਹੜੀਆਂ ਬੀਬੀਆਂ ਨੇ, ਉਹ ਆਪਦੇ ਸਿਰ ਉੱਪਰ ਪਾਣੀ ਦਾ ਜਿਹੜਾ ਘੜਾ ਹੈ ਉਹ ਰੱਖ ਕੇ ਪੁਰਾਣੇ ਸਮਿਆਂ 'ਚ ਖੂਹਾਂ ਤੋਂ ਪਾਣੀ ਢੋਂਦੀਆਂ ਹੁੰਦੀਆਂ, ਤਾਂ ਉਹ ਹੱਥ ਆਦਿਕ ਮਾਰਦਿਆਂ ਹੋਇਆਂ, ਤੁਰੇ ਜਾਂਦਿਆਂ ਹੋਇਆਂ, ਗੱਲਾਂ ਬਾਤਾਂ ਕਰਦੀਆਂ, ਹੱਸਦੀਆਂ ਖੇਡਦੀਆਂ ਤੁਰੀਆਂ ਜਾਂਦੀਆਂ ਨੇ, ਪਰ ਉਹਨਾਂ ਦਾ ਧਿਆਨ ਘੜੇ ਵਿੱਚ ਹੈ। ਇਉਂ ਗੱਲ ਤਾਂ ਧਿਆਨ ਦੀ ਹੈ। ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਵਾਲੇ। ਜਿਵੇਂ ਉਹਨਾਂ ਦਾ ਚਿੱਤ ਗਾਗਰ ਦੇ ਵਿੱਚ ਹੈ, ਘੜੇ ਦੇ ਵਿੱਚ ਹੈ, ਪਾਣੀ ਨਹੀਂ ਡੁੱਲ ਸਕਦਾ। ਵੇਖਣ ਵਾਲਾ ਸਮਝਦਾ ਕਿ ਧਿਆਨ ਉਹਨਾਂ ਦਾ ਕਿਸੇ ਹੋਰ ਪਾਸੇ ਹੈ, ਪਰ ਉਹਨੂੰ ਪਤਾ ਸਾਡੇ ਸਿਰ 'ਤੇ ਘੜਾ ਰੱਖਿਆ। ਜਿਸ ਤਰ੍ਹਾਂ ਉਹ ਪਾਣੀ ਦੇ ਘੜੇ ਵਿੱਚ ਆਪ ਦਾ ਧਿਆਨ ਰੱਖਦੀਆਂ ਨੇ, ਇਸੇ ਪ੍ਰਕਾਰ ਗੱਲ ਤਾਂ ਧਿਆਨ ਦੀ ਹੈ। ਕੰਮ ਕਰਦਿਆਂ ਮਹਾਰਾਜ ਦੇ ਨਾਮ 'ਚ ਧਿਆਨ ਰਹਿ ਜਾਂਦਾ ਹੈ। ਇਸੇ ਤਰ੍ਹਾਂ
ਜਿਹੜੀਆਂ ਗਾਵਾਂ ਨੇ ਮੱਝਾਂ ਨੇ ਉਹਨਾਂ ਦੇ ਚਰਾਵੇ, ਉਹਨਾਂ ਦੇ ਜਿਹੜੇ ਗਵਾਲੇ ਹਨ ਉਹਨਾਂ ਦੇ ਵਾੜੇ ਵਿੱਚੋਂ ਉਹਨਾਂ ਗਾਵਾਂ ਨੂੰ ਲਿਜਾ ਕੇ 5-5 ਕੋਹ ਤੇ ਦੂਰ ਚਰਾਉਂਦੇ ਨੇ ਜਿੱਥੇ ਚਰਾਂਦਾ ਹੁੰਦੀਆਂ। 5 ਕੋਸ ਬਸ ਗਊ ਚਰਾਵਤ ਪਰ ਚੀਤ ਸੋ ਬਸ਼ਰਾ ਰਾਖੀ ਵਾਲੇ ਉਹ ਚਿੱਤ ਆਪਣੇ ਪਿੱਛੇ ਬੱਚਿਆਂ ਦੇ ਵਿੱਚ ਰੱਖਦੀਆਂ। ਤੇ ਜਦੋਂ ਵੀ ਉਹ ਘਾਹ ਚੁਗਦੀਆਂ ਬੱਚਿਆਂ ਨੂੰ ਯਾਦ ਕਰਦੀਆਂ ਨੇ। ਕੂੰਜਾਂ ਦਾ ਦ੍ਰਿਸ਼ਟਾਂਤ ਵੀ ਦਿੱਤਾ ਹੈ। ਕਬੀਰ ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਜਿਵੇਂ ਕੂੰਜਾਂ ਊਡੇ ਊਡੇ ਆਵੇ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਮਣ ਖਿਲਾਵੇ ਕਮਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਜਿਵੇਂ ਕੂੰਜਾਂ ਪਹਾੜੀ ਇਲਾਕੇ ਵਿੱਚ ਠੰਡ ਦੇ ਦਿਨਾਂ 'ਚ ਆਂਡੇ ਦੇ ਕੇ ਮੈਦਾਨੀ ਇਲਾਕੇ ਵਿੱਚ ਚੁਗਣ ਵਾਸਤੇ ਆਉਂਦੀਆਂ, ਪਰ ਉਹ ਚੁਗ ਚੁਗ ਕੇ ਆਪਦੇ ਬੱਚਿਆਂ ਨੂੰ ਸਵਾਸ ਸਵਾਸ ਯਾਦ ਕਰਦੀਆਂ। ਉਹਨਾਂ ਦੇ ਸਿਮਰਨ 'ਚ ਤਾਕਤ ਹੈ ਕਿ ਉਹਨਾਂ ਦੇ ਆਂਡਿਆਂ 'ਚੋਂ ਬੱਚੇ ਨਿਕਲ ਕੇ ਉੱਡ ਕੇ ਆਪਣੇ ਆਪ ਹੀ ਉਹਨਾਂ ਨਾਲ ਮਿਲ ਜਾਂਦੇ ਨੇ। ਇਸੇ ਤਰ੍ਹਾਂ ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣਾ। ਕੱਛੂ ਕੰਮੀ ਇੱਕ ਇਹੋ ਜਿਹਾ ਜੀਵ ਹੈ ਜਿਹੜਾ ਰੇਤਲੇ ਜ਼ਮੀਨੀ ਇਲਾਕੇ 'ਚ ਤੇ ਪਾਣੀ 'ਚ ਇੱਕੋ ਜਿਹਾ ਰਹਿ ਸਕਦਾ ਹੈ। ਉਹ ਆਪਦੇ ਆਂਡੇ ਦਿੰਦੀ ਬਰੇਤੀ ਵਿੱਚ ਹੈ, ਰਹਿੰਦੀ ਪਾਣੀ ਵਿੱਚ ਹੈ, ਪਰ ਧਿਆਨ ਦੇ ਵਿੱਚ ਰੱਬ ਨੇ ਇੰਨੀ ਤਾਕਤ ਭਰੀ ਹੈ ਕਿ ਧਿਆਨ ਦੇ ਨਾਲ ਹੀ ਆਂਡਾ ਪੱਕ ਕੇ ਆਪਣੇ ਆਪ ਬੱਚਾ ਨਿਕਲ ਕੇ ਉਹਦੇ ਨਾਲ ਆ ਕੇ ਮਿਲ ਜਾਂਦਾ ਹੈ। ਕਿਉਂ? ਧੁਨ ਮੈਂ ਧਿਆਨ, ਜੋ ਵਾਹਿਗੁਰੂ ਨਾਮ ਦੀ ਆਵਾਜ਼ ਹੈ ਉਹਦੇ ਵਿੱਚ ਧਿਆਨ ਜੋੜਨਾ ਹੈ। ਜਿਵੇਂ ਸੁਨਿਆਰਾ ਹੈ, ਉਹਦੀ ਦੁਕਾਨ 'ਤੇ ਤੁਸੀਂ ਜਾਓ, ਉਹ ਤੁਹਾਡੇ ਨਾਲ ਗੱਲਾਂ ਵੀ ਕਰੀ ਜਾਊਗਾ। ਅੱਖਾਂ ਨੂੰ ਉਹਨੇ ਟੋਪੀ ਜੀ ਲਾਈ ਹੋਊਗੀ, ਐਨਕ ਵੀ ਨਹੀਂ, ਉਹ ਟੋਪੀ ਜੀ ਨਿੱਕਾ ਜਿਹਾ ਲੈਂਸ ਇੱਕ ਅੱਖ ਦੇ ਨਾਲ ਉਹ ਟੋਪੀ ਜੀ ਲਾ ਕੇ ਨਾਲੇ ਤਾਂ ਆਪਦੀ ਸੂਈ ਉਹ ਗਹਿਣਿਆਂ 'ਚ ਮਾਰੀ ਜਾਊਗਾ, ਕਢਾਈ ਜੇ ਕੱਢੀ ਜਾਊਗਾ, ਤੇ ਨਾਲੇ ਟੀਰੀ ਜੀ ਅੱਖ ਨਾਲ ਗਾਹਕਾਂ ਉਹਨਾਂ ਵੇਖ ਕੇ ਗੱਲਾਂ ਵੀ ਕਰੀ ਜਾਊਗਾ। ਇਹੋ ਨਾਮਦੇਵ ਜੀ ਕਹਿੰਦੇ ਨੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ ਰਹਾ। ਐ ਮੇਰੇ ਮਨ, ਰਾਮ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਇੰਝ ਵਿੰਨ ਲਾ ਜਿਵੇਂ ਸੁਨਿਆਰੀ ਦਾ ਮਨ ਸੋਨੇ ਦੇ ਗਹਿਣਿਆਂ ਦੇ ਵਿੱਚ ਉਹਦੀ ਕਢਾਈ ਦੇ ਵਿੱਚ ਮਸਤੀਆ ਪਿਆ ਹੈ। ਇਸੇ ਤਰ੍ਹਾਂ ਜਿਹੜੇ ਬੱਚੇ ਨੇ ਉਹ ਗੁੱਡੀਆਂ ਡਾਉਂਦੇ ਨੇ, ਇੱਕ ਦੂਜੇ ਦੇ ਨਾਲ ਹੱਸਦੇ ਖੇਡਦੇ ਗੱਲਾਂ ਬਾਤਾਂ ਵੀ ਕਰਦੇ ਨੇ, ਤੇ ਪਰ ਉੱਚੀ ਆਕਾਸ਼ ਵਿੱਚ ਉੱਡਦੀ ਗੁੱਡੀ ਦੇ ਵਿੱਚ ਡੋਰ ਦੇ ਵਿੱਚ ਉਹਨਾਂ ਦਾ ਚਿੱਤ ਵੀ ਜੁੜਿਆ ਹੋਇਆ। ਵੇਖਣ ਵਾਲਾ ਸਮਝਦਾ ਕਿ ਇਹਨਾਂ ਦਾ ਧਿਆਨ ਗੁੱਡੀ ਵਿੱਚ ਡੋਰ ਵਿੱਚ ਨਹੀਂ ਹੈ, ਪਰ ਮਜਾਲ ਹੈ ਜੇ ਕੋਈ ਉਹਨਾਂ ਦੀ ਗੁੱਡੀ ਨੂੰ ਇੱਧਰ ਉੱਧਰ ਕਰਦੇ, ਬੜੇ ਧਿਆਨ ਦੇ ਨਾਲ ਆਪਦੀ ਗੁੱਡੀ ਨੂੰ ਸਾਂਭ ਕੇ ਰੱਖਦੇ ਨੇ। ਪੰਜ ਜਨਾਸਿਓਂ ਬਾਤ ਬਤਾਊਗਾ ਚੀਤ ਸੋ ਡੋਰੀ ਰਾਖੀ ਵਾਲੇ, ਆਪਦੇ ਸਾਥੀਆਂ ਨਾਲ ਗੱਲਬਾਤ ਵੀ ਕਰਦੇ ਪਰ ਡੋਰੀ ਦੇ ਵਿੱਚ ਚਿੱਤ ਜੁੜਿਆ ਹੋਇਆ ਹੈ। ਇੰਝ ਸੋ ਵਾਹਿਗੁਰੂ ਨਾਮ ਦੇ ਵਿੱਚ ਚਿੱਤ ਜੋੜਨ ਦੀ ਆਗਿਆ ਹੈ। ਮਹਾਰਾਜ ਕਥਨ ਕਰਦੇ ਨੇ ਕਿ ਸਦਾ ਸਦਾ ਦਿਨ ਅਤੇ ਰਾਤ ਕਬੀਰ ਸਾਹਿਬ ਦੀ ਰਸਨਾ ਦੇ ਨਾਲ ਫਰਮਾਉਂਦੇ ਨੇ ਕਿ ਵਾਹਿਗੁਰੂ ਦਾ ਭਜਨ ਸਿਮਰਨ ਕਰੋ ਭਾਈ। ਊਠਤ ਬੈਠਤ ਸਾਸ ਗਿਰਾਸ, ਉੱਠਦੀਆਂ ਸੰਸਾਰ ਤੋਂ ਬ੍ਰਾਹਮ ਹੁੰਦੇ ਆ, ਬੈਠਦੀਆਂ ਸਮਾਧੀ ਵਿੱਚ ਸਥਿਤ ਹੁੰਦੇ ਆ, ਨਿਰਵਿਕਲਪ ਸਮਾਧੀ 'ਚ ਪਰਮੇਸ਼ਰ ਨੂੰ ਸਵਾਸਾਂ ਦਾ ਆਸਰਾ ਰੂ ਮੰਨਦੇ ਆ ਤੇ ਗਰਾਸ ਗਰਾਹੀ ਭਾਵ ਰੋਜੀ ਦੇਣ ਵਾਲਾ ਸਮਝਦੇ ਆ। ਹਰ ਵਕਤ ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰੋ। ਜਾਗ ਸੋਏ ਸਿਮਰਨ ਰਸ ਭੋਗਾ, ਜਾਗਦਿਆਂ ਹੋਇਆਂ ਦੇ ਸੌਣ ਲੱਗੀਆਂ ਚਿੱਤ ਨੂੰ ਸਿਮਰਨ ਵਿੱਚ ਜੋੜ ਕੇ ਭਜਨ ਦਾ ਆਨੰਦ ਮਾਣਿਆ ਕਰੋ। ਜਾਂ ਅਵਿਦਿਆ ਰੂਪ ਨੀਂਦ ਵਿੱਚੋਂ ਜਾ ਕੇ ਗਿਆਨ ਅਵਸਥਾ ਵਿੱਚ ਸਿਮਰਨ ਦੇ ਰਸ ਨੂੰ ਮਾਨਣਾ ਕਰੋ। ਜਾਂ ਇਸੇ ਪ੍ਰਕਾਰ ਜਾਗ ਸੋਏ ਸਿਮਰਨ ਰਸ ਭੋਗਾ। ਹੋਰ ਜੋਨਾ ਅਵਿਦਿਆ ਰੂਪ ਨੀਂਦ ਵਿੱਚ ਸੁੱਤੀਆਂ ਪਈਆਂ ਨੇ, ਤੂੰ ਗਿਆਨ ਅਵਸਥਾ ਵਾਲਾ ਹੋ ਕੇ ਜਾਗਣਾ ਕਰ ਅਤੇ ਸਿਮਰਨ ਦੇ ਰਸ ਨੂੰ
ਭੋਗਣਾ ਕਰ। ਜਾਗਦਿਆਂ ਦਾ ਸਿਮਰਨ ਕਰਨਾ ਹੀ ਹੈ, ਸੁੱਤੇ ਪਿਆਂ ਵੀ ਮਹਾਰਾਜ ਦਾ ਸਿਮਰਨ ਹੋ ਸਕਦਾ ਹੈ। ਇਉਂ ਰੋਟੀ ਖਾਂਦਿਆਂ ਵੀ ਹੋ ਸਕਦਾ ਹੈ। ਇਉਂ ਸਿਮਰਨ ਦੀ ਰਸ ਨੂੰ ਹਮੇਸ਼ਾ ਹੀ ਮਨ ਨਾ ਕਰੋ, ਭੋਗਣਾ ਕਰੋ। ਕੋਈ ਸਮਾਂ ਵੀ ਫਜ਼ੂਲ ਨਾ ਕਹਿੰਦੇ ਜਾਣ ਦਿਓ। ਹਰ ਸਿਮਰਨ ਪਾਈਐ ਸੰਜੋਗਾ। ਹਰੀ ਪਰਮੇਸ਼ਰ ਦਾ ਸਿਮਰਨ ਭਜਨ ਕਰਨਾ ਵੀ ਪੂਰਬਲੇ ਪੁੰਨਾਂ ਦੇ ਜਾਂ ਗੁਰਾਂ ਦੇ ਜਾਂ ਸਤਸੰਗ ਦੇ ਮਿਲਾਪ ਕਰਕੇ ਹੀ ਪਾਉਣਾ ਕਰੀਦਾ ਹੈ। ਹਰੇਕ ਬੰਦਾ ਸਿਮਰਨ ਨਹੀਂ ਕਰ ਸਕਦਾ ਹੈ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਹ ਜਿਹੜਾ ਗਫਾ ਹੈ ਇਹ ਗੁਰੂ ਸਾਹਿਬ ਜੀ ਆਪ ਦਿੰਦੇ ਨੇ, ਤੇ ਜਿਹਨੂੰ ਦਿੰਦੇ ਨੇ ਉਹੀ ਇਹਨੂੰ ਛਕ ਸਕਦਾ ਹੈ। ਜੇ ਛਕਦਿਆਂ ਹੋਇਆਂ ਮਨ ਵਿੱਚ ਇਹ ਆ ਗਿਆ ਵੀ ਵੇਖੋ ਨਾਲ ਦੇ ਮੇਰੇ ਸੁੱਤੇ ਪਏ ਨੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਦੁਨੀਆ 'ਚ ਆਏ ਹੋਏ ਹਾਂ, ਜਾਂ ਨਿਆਣੇ ਜਾਂ ਘਰ ਦੇ, ਤੇ ਇਹਨਾਂ ਨੂੰ ਸੋਝੀ ਹੋਈ ਨਹੀਂ ਹੈ। ਇਹ TV ਵੇਖੀ ਜਾਂਦੇ ਨੇ, ਗੱਲਾਂ ਮਾਰੀ ਜਾਂਦੇ, ਨਿੰਦਿਆ ਕਰੀ ਜਾਂਦੇ, ਚੁਗਲੀਆਂ 'ਚ ਲੱਗੇ ਹੋਏ, ਸਮਾਂ ਵੇਖੋ ਬਰਬਾਦ ਕਰ ਰਹੇ, ਤੇ ਮੈਂ ਵੇਖੋ ਸਿਮਰਨ ਕਰ ਰਿਹਾ। ਬਸ ਉੱਥੇ ਹੀ ਕੰਮ ਖਤਮ। ਸੋ ਜਿੰਨਾ ਮਰਜ਼ੀ ਭਾਵੇਂ ਉੱਚਾ ਖਜੂਰ 'ਤੇ ਚੜ੍ਹਿਆ ਹੋਵੇ, ਜਦੋਂ ਮਨ 'ਚ ਇਹ ਆ ਗਿਆ ਵੀ ਬੰਦਾ ਮੇਰੇ ਹੇਠਾਂ ਖੜਾ ਹੈ ਤੇ ਮੈਂ ਵੇਖੋ ਐਡਾ ਉੱਚਾ ਚੜ੍ਹ ਗਿਆ ਹਾਂ, ਤੇ ਉਹ ਹੇਠਾਂ ਹੀ ਖੜਾ ਹੈ। ਜਦੋਂ ਇਹ ਮਨ ਵਿੱਚ ਆ ਗਿਆ ਰੱਬ ਏਡਾ ਬੇਅੰਤ ਤੋ ਭਾਵੇਂ ਕੋਈ ਬ੍ਰਹਮ ਗਿਆਨੀ ਵੀ ਆਪਦੇ ਆਪ ਨੂੰ ਮੰਨ ਲੇ ਕਿ ਮੈਂ ਬ੍ਰਹਮ ਗਿਆਨੀ ਬਣ ਗਿਆ, ਉਹ ਵੀ ਸਿਰ ਪਰਨੇ ਲੱਤਾਂ ਤਾਂ ਦੇ ਸਿਰ ਠਾਂ ਇਹੋ ਜਿਹਾ ਹੇਠਾਂ ਡਿੱਗ ਕੇ ਸੱਟ ਲਵਾਊਗਾ, ਸਾਰੀ ਉਮਰ ਰੋਂਦਾ ਰਹੂਗਾ, ਪਰ ਉੱਤੇ ਨਹੀਂ ਚੜ੍ਹ ਸਕਦਾ। ਇੰਨਾ ਰੱਬ ਬੇਅੰਤ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਈ। ਇਹ ਬਾਣੀ ਵਿੱਚ ਵੀ ਲਿਖਿਆ ਹੋਇਆ ਹੈ। ਮੈਂ ਜਿਹੜੀ ਗੱਲ ਕਰੂੰਗਾ ਨਾਲ ਪ੍ਰਮਾਣ ਦੇਵਾਂਗਾ। ਧੰਨ ਬਾਬਾ ਫਰੀਦ ਜੀ ਵਰਗਾ ਤਪਸਵੀ ਦੁਨੀਆ 'ਚ ਨਾ ਕੋਈ ਹੋਇਆ, ਨਾ ਕੋਈ ਹੋ ਸਕਦਾ ਹੈ। ਪੂਰਨ ਮਹਾਂਪੁਰਖ ਸੀਗੇ, ਔਰ ਉਹਨਾਂ ਨੂੰ ਹਜ਼ਾਰਾਂ ਵਾਰ ਸਾਡੀ ਨਮਸਕਾਰ ਹੈ। ਜਿੰਨੀ ਵਾਰ ਕਰੋ ਉਨੀ ਵਾਰ ਥੋੜ੍ਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਰਸ਼ਨਾਂ ਲਈ ਗਏ। ਗੁਰੂ ਸਾਹਿਬ ਜੀ ਬੜੇ ਪਿਆਰ ਵਾਲੇ ਸਨ। ਪਿਆਰ ਵਾਲੀਆਂ ਰੂਹਾਂ ਨੂੰ ਵੇਖਣ ਵਾਸਤੇ ਆਪ ਪੁੱਜ ਕੇ ਜਾਂਦੇ, ਜਿਵੇਂ ਭਾਈ ਲਾਲੋ ਦੇ ਘਰ ਗਏ। ਸੰਤਾਂ ਮਹਾਤਮਾ ਦੇ ਦਰਸ਼ਨ ਜ਼ਰੂਰ ਕਰਿਆ ਕਰਦੇ। ਕਿੱਥੇ ਸਮੇਰ ਪਰਬਤ 'ਤੇ ਵੇਖੋ ਗਏ। ਸਿੱਧ ਜਿੰਨੇ ਮਰਜ਼ੀ ਗੁੱਸੇਖੋਰ ਸੀਗੇ, ਪਰ ਭਜਨ ਤਾਂ ਕਰਦੇ ਹੀ ਸੀ। ਅੱਖਰ ਸਮਾਧੀ ਤਾਂ ਲਾਈ ਹੈ, ਘਰ-ਬਾਰ ਤਾਂ ਛੱਡਿਆ ਕਾਹਦੇ ਲਈ? ਰੱਬ ਨੂੰ ਪਾਉਣ ਲਈ। ਸੁਭਾਅ ਤਾਂ ਬੰਦੇ ਦਾ ਹੈ, ਨਹੀਂ ਤਾਂ ਫਿਰ ਇਨਸਾਨ ਭਗਵਾਨ ਬਣ ਜਾਏ। ਬੰਦਾ ਤਾਂ ਹੀ ਬੰਦਾ ਹੈ ਕਿ ਉਹਦੇ 'ਚ ਔਗਣ ਨੇ, ਤੇ ਔਗਣਾਂ ਨੂੰ ਮਹਾਰਾਜ ਨੇ ਮੇਟਣਾ ਹੈ। ਇਸ ਲਈ ਮਹਾਰਾਜ ਕਿਸੇ ਦੀ ਔਗਣ ਨਹੀਂ ਦੇਖਦੇ ਜਾਂ ਦਰਸ਼ਨ ਦੇਣੇ ਹੋਣ। ਫਰੀਦ ਬਾਬਾ ਤੇ ਹੋਰ ਜਿੰਨੇ ਵੀ ਸਾਧੂ ਸੀਗੇ ਚੌਂਕੜਾ ਮਾਰਿਆ ਹੋਇਆ, ਸਤਿਨਾਮ ਵਾਹਿਗੁਰੂ 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 ਵਾਹਿਗੁਰੂ, ਜੋ ਵੀ ਉਹਨਾਂ ਦਾ ਗੁਰ ਮੰਤਰ ਸੀਗਾ। ਤੇ ਸਾਰੇ ਸਿਮਰਨ ਭਜਨ ਦੇ ਵਿੱਚ ਜੁੜੇ ਹੋਏ। ਗੁਰੂ ਸਾਹਿਬ ਜੀ ਇੱਕ ਤਾਂ ਪਹੁੰਚੇ ਲੇਟ, ਇੱਕ ਥੱਕੇ ਹੋਏ ਸੀਗੇ। ਉਹਨਾਂ ਨੂੰ ਮੱਥਾ ਟੇਕਿਆ, ਮਾੜਾ ਮੋਟਾ ਹੱਥ ਪੱਲਾ ਜੋੜਿਆ, ਸਾਰੇ ਸਮਾਧੀ 'ਚ ਲੱਗੇ ਸੀਗੇ। ਮਾਨੇ ਸੋਚਿਆ ਵੀ ਚਲੋ ਬੁਲਾਉਣਾ ਕੀ ਆ, ਤੇ ਇਉਂ ਗੁਰੂ ਸਾਹਿਬ ਜੀ ਨੇ ਉੱਥੇ ਚੌਂਕੜਾ ਮਾਰਿਆ, ਆਲਸ ਆਇਆ, ਸਰੀਰ ਥੱਕਿਆ ਹੋਇਆ ਸੀਗਾ, ਤੇ ਗੁਰੂ ਸਾਹਿਬ ਜੀ ਲੇਟਾ ਮਾਰ ਗਏ, ਸੁਖ ਆਸਨ ਹੋ ਗਏ, ਵਿਸ਼ਰਾਮ ਵਿੱਚ ਚਲੇ ਗਏ। ਸਾਧ ਸੰਗਤ ਜੀਓ, ਰਾਤ ਦੇ 12 ਵਜੇ ਇੱਕ ਸ਼ਾਹੂਕਾਰ ਜੋ ਕਿ ਹਰ ਰੋਜ਼ ਬਾਲਟੀ ਦੁੱਧ ਦੀ ਭਰ ਕੇ ਆਪਦੀ ਦੁਕਾਨ ਬੰਦ ਕਰਕੇ ਤੇ ਨਹਾ ਧੋ ਕੇ ਰੋਟੀ ਪਾਣੀ ਖਾ ਕੇ ਵਿਹਲਾ ਹੋ ਕੇ ਸੋਹਣੇ ਕੱਪੜੇ ਪਾ ਕੇ ਮੱਥਾ ਟੇਕਣ ਆਉਂਦਾ ਹੁੰਦਾ ਸੀ ਸੰਤਾਂ ਨੂੰ। ਹਰ ਰੋਜ਼ ਉਹਨੇ ਡੇਰੇ ਆਉਣਾ, ਨਾਲ ਦੁੱਧ ਦੀ ਬਾਲਟੀ ਭਰ ਕੇ ਲਿਆਉਣੀ। ਤੇ ਜਿੰਨੇ ਵੀ ਸੰਤ ਉੱਥੇ ਬੈਠੇ ਹੋਣੇ, ਭਜਨ ਕਰਦੇ ਹੋਣੇ, ਕਿਸੇ ਨੇ ਮੇਰੇ ਵਾਂਗੂ ਬਾਟਾ ਰੱਖਿਆ ਹੋਣਾ,
क्योंकि खाना तो पैंदा ही है। आपदो आपदा भांडा किसी ने करमंडल रखिया होना, आपदे कोल कोल रखिया होना, उन्हें शाहूकार ने की करना, नाल एक उहदे नौकर होना, सेवादार होना, ते उन्हें नौकर ने बाल्टी फड़ी होनी, वो शाहूकार ने अद्धा किलो पाईया जिन्ने किसी का भांडा सीगा उन्ना उन्हें भरदा जाना, ते नाल एक एक सोने की मोहर रखी जानी। सारिਆਂ ਦੇ ਭਾਂਡੇ ਦੁੱਧ ਨਾਲ ਭਰ ਕੇ ਸੋਨੇ ਦੀ ਮੋਹਰ ਰੱਖ ਕੇ ਮੱਥਾ ਟੇਕ ਕੇ ਫਿਰ ਆਪਦੇ ਘਰ ਜਾ ਕੇ ਉਹਨੇ ਵਿਸ਼ਰਾਮ ਕਰਨਾ। ਅੱਜ ਉਹਨੇ ਦੇਖਿਆ ਤੇ 3 ਸਾਧੂ ਕੋਈ ਅਜਨਬੀ ਆਏ ਹੋਏ ਨੇ, ਰਾਹਗੀਰ ਹੈ ਇਹ ਵੀ ਸਾਧੂ, ਮਰਦਾਨਾ ਜੀ, ਭਾਈ ਬਾਲਾ ਜੀ, ਸਤਿਗੁਰੂ ਨਾਨਕ ਦੇਵ ਜੀ। ਤੇ ਉਹਨੇ ਸੋਚਿਆ ਵੀ ਚਲੋ ਥੱਕੇ ਹੋਣਗੇ, ਸੁੱਤੇ ਪਏ ਨੇ, ਤੇ ਜੇ ਮੈਂ ਇਹਨਾਂ ਨੂੰ ਜਗਾਇਆ ਤਾਂ ਫਿਰ ਨੀਂਦ ਇਹਨਾਂ ਦੀ ਖਰਾਬ ਹੋਊਗੀ। ਇੱਕ ਵਾਰੀ ਬੰਦਾ ਜਾਗ ਪਏ ਮੁੜ ਕੇ ਨੀਂਦ ਨਹੀਂ ਪੈਂਦੀ, ਥੱਕਿਆ ਬੰਦਾ ਤਾਂ ਉਹ ਵੀ ਮੁਸ਼ਕਿਲ 'ਚ ਹੁੰਦਾ। ਚਲੋ ਸੁੱਤੇ ਨੇ, ਸੁੱਤੇ ਰਹਿਣ ਦਿਓ, ਬਾਲਟੀ ਕਿੱਥੇ ਜਾਣੀ ਹੈ, ਮੈਂ ਕੱਲ੍ਹ ਨੂੰ ਫੇਰ ਆਉਣਾ ਅਤੇ ਬਾਲਟੀ ਆਪਦੀ ਲੈ ਜਾਊਂਗਾ। ਬਾਕੀਆਂ ਨੂੰ ਤਾਂ ਭਾਂਡਿਆਂ 'ਚ ਪਾਇਆ ਅਤੇ ਉਹ ਬਾਲਟੀ 'ਚ ਜਿੰਨਾ ਬਚ ਗਿਆ 2 ਕਿਲੋ 2.5 ਕਿਲੋ 3 ਕਿਲੋ ਉਹ ਸਾਰੇ ਦਾ ਸਾਰਾ ਹੀ ਉੱਤੇ ਥਾਲੀ ਉਹਨੇ ਰੱਖੀ, ਅਤੇ ਥਾਲੀ ਦੇ ਉੱਪਰ ਬਾਕੀਆਂ ਨੂੰ ਦੇ ਕੇ ਇੱਕ ਮੋਹਰ ਦਿੱਤੀ ਸੀਗੀ। ਉਹ ਥਾਲੀ ਦੇ ਉੱਪਰ ਉਹਨੇ 5 ਮੋਹਰਾਂ ਰੱਖੀਆਂ ਸੋਨੇ ਦੀਆਂ, 5 ਮੋਹਰਾਂ ਰੱਖ ਕੇ ਅਤੇ ਬਾਲਟੀ ਉਹ ਦੁੱਧ ਦੀ ਭਾਵੇਂ ਅੱਧੀ ਬਾਲਟੀ ਹੋਵੇ ਸਾਰਾ ਹੀ ਦੁੱਧ ਉੱਥੇ ਰੱਖ ਗਿਆ। ਉੱਠਣਗੇ ਆਪਣੇ ਆਪ ਪੀ ਲੈਣਗੇ। ਮੱਥਾ ਟੇਕ ਕੇ ਚਲਾ ਗਿਆ। ਅਤੇ ਜਦੋਂ ਸ਼ਾਹੂਕਾਰ ਚਲਾ ਗਿਆ ਫਰੀਦ ਸਾਹਿਬ ਦੇ ਮਨ 'ਚ ਮਾਣ ਆਇਆ। ਅੰਮ੍ਰਿਤ ਵੇਲੇ ਦਾ ਚੜ੍ਹਾਅ ਹੋ ਗਿਆ, 12:30 ਪੌਣੇ 1 ਵਜੇ ਦਾ ਟਾਈਮ ਹੋਊਗਾ। ਫਰੀਦ ਸਾਹਿਬ ਨੇ ਮਾੜੇ ਜਿਹੇ ਨੇਤਰ ਖੋਲ੍ਹੇ ਅਤੇ ਲਾਗੇ ਬੰਦਾ ਸੁੱਤਾ ਹੋਵੇ, ਉਹਦੇ ਸਵਾਸ ਤੇਜ਼ ਚੱਲਦੇ ਹੁੰਦੇ ਨੇ, ਸਵਾਸਾਂ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਸੁੱਤਾ ਪਿਆ। ਉਹਨੇ ਦੇਖਿਆ ਕਿ ਗੁਰੂ ਸਾਹਿਬ ਜੀ ਲੇਟੇ ਹੋਏ ਨੇ। ਉਹਨੂੰ ਕੀ ਪਤਾ ਸੀ ਵੀ ਇਹ ਭਗਵਾਨ ਨੇ, ਖੁਦ ਖੁਦਾ ਨੇ। ਵੇਖ ਕੇ ਮਨ ਵਿੱਚ ਮਾਣ ਆ ਗਿਆ ਕਿ ਆਪਾਂ ਸਿਮਰਨ ਕਰ ਰਹੇ ਹਾਂ, ਚੌਂਕੜਾ ਮਾਰਿਆ ਹੋਇਆ, ਇਹ ਸੁੱਤੇ ਪਏ ਨੇ। ਸ਼ਬਦ ਉਚਾਰਿਆ, ਕਹਿੰਦੇ ਪਹਿਲੇ ਪਹਿਰੇ ਫੁੱਲੜਾ ਫਲ ਭੀ ਪਛਾ ਰਾਤ। ਰਾਤ ਦੇ ਪਹਿਲੇ ਪਹਿਰ ਯਾਨੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਭਜਨ ਕਰਨਾ ਲਾਜ਼ਮੀ ਹੁੰਦਾ ਹੈ, ਅਤੇ ਉਹਦਾ ਜਿਹੜਾ ਫਲ ਹੈ ਪਿਛਲੀ ਰਾਤ ਮਿਲਦਾ ਹੈ। ਜੇ ਪਹਿਲੀ ਰਾਤ ਭਜਨ ਕਰਾਂਗੇ ਤਾਂ ਇੱਕ ਫੁੱਲ ਦੀ ਤਰ੍ਹਾਂ ਹੈ, ਜਿਸ ਤਰ੍ਹਾਂ ਦਰਖਤ ਨੂੰ ਫੁੱਲ ਲੱਗਦੇ ਨੇ। ਜੇ ਅੰਮ੍ਰਿਤ ਵੇਲੇ 12:30 ਤੋਂ ਬਾਅਦ ਉੱਠ ਕੇ ਭਜਨ ਕਰਾਂਗੇ 12 ਤੋਂ ਬਾਅਦ, ਤਾਂ ਇੱਕ ਫਲ ਲੱਗਣ ਦੀ ਤਰ੍ਹਾਂ ਹੈ। ਫਲ ਹੌਲੀ ਹੌਲੀ ਪਹਿਲਾਂ ਹਰਿਆ ਲੱਗਦਾ ਹੈ, ਬਕਬਕਾ ਜਿਹਾ ਹੁੰਦਾ, ਫਿਰ ਹੌਲੀ ਹੌਲੀ ਖੱਟਾ ਜਿਹਾ ਹੁੰਦਾ। ਜਿਸ ਤਰ੍ਹਾਂ ਅੱਜ ਕੱਲ੍ਹ ਅੰਬ ਨੇ, ਕੱਚਾ ਅੰਬ ਹੁੰਦਾ, ਖੱਟੇ ਮਿੱਠੇ ਜਿਹੇ ਹੁੰਦੇ, ਫਿਰ ਹੌਲੀ ਹੌਲੀ ਉਹਨਾਂ 'ਚ ਰਸ ਭਰਦਾ। ਜਦੋਂ ਪੱਕਾ ਰਸ ਜਾਏ ਮੁੜ ਕੇ ਬਹੁਤ ਆਨੰਦ ਨਾਲ ਖਾਧਾ ਜਾਂਦਾ। ਇਉਂ ਜਿਹੜੇ ਤੇ ਰਸੇ ਨੇ ਉਹਨਾਂ ਨੂੰ ਤਾਂ ਆਨੰਦ ਹੈ, ਅਤੇ ਨਹੀਂ ਤਾਂ ਪਹਿਲਾਂ ਬਕਬਕਾ ਹਰਿਆ ਜਿਹਾ ਖਾ ਕੇ ਉਲਟੀ ਵੀ ਆਉਂਦੀ ਹੈ। ਦੁੱਖ ਦੇ ਵਿੱਚ ਸਿਮਰਨ ਕਰਨਾ ਪੈਂਦਾ, ਫਿਰ ਖੱਟ ਮਿੱਠਾ ਜਿਹਾ, ਅਤੇ ਕਦੀ ਚਿੱਤ ਜੁੜ ਗਿਆ, ਕਦੀ ਨਹੀਂ ਜੁੜਿਆ, ਮਨ ਵਿਚਾੜ ਜਿਹਾ ਰਹਿੰਦਾ, ਫਿੱਕਾ ਜਿਹਾ। ਉਹਦੇ ਤੋਂ ਬਾਅਦ ਮੁੜ ਕੇ ਹੌਲੀ ਹੌਲੀ ਸਿਮਰਨ ਦਾ ਰਸ ਪ੍ਰਾਪਤ ਹੁੰਦਾ ਹੈ। ਪਹਿਲੇ ਦਿਨ ਨਹੀਂ ਮਿਲਦਾ। ਇਹਨੂੰ ਜਨਮ ਇੱਕ ਵੀ ਲੱਗ ਸਕਦਾ, ਹੋਰ ਕਈ ਜਨਮ ਵੀ ਲੱਗ ਸਕਦੇ, ਇਹ ਵਾਹਿਗੁਰੂ ਨੂੰ ਪਤਾ। ਫਰੀਦ ਸਾਹਿਬ ਨੇ ਬਚਨ ਉਚਾਰਿਆ, ਕਹਿੰਦੇ ਪਹਿਲੇ ਪਹਿਰੇ ਫੁੱਲੜਾ ਫਲ ਭੀ ਪਛਾ ਰਾਤ। ਜੋ ਜਾਗਨ ਲਹਨ ਸੇ ਸਾਈਂ ਕੰਨੂ ਦਾਤ। ਜਿਹੜੇ ਜਾਗਦੇ ਨੇ ਉਹ ਸਾਈਂ ਦੀਆਂ ਦਾਤਾਂ ਪ੍ਰਾਪਤ ਕਰਦੇ ਨੇ। ਜਿਹੜਾ ਸਾਈਂ ਮਾਲਕ ਹੈ ਇਹ ਰਾਤ ਨੂੰ ਦਾਤਾਂ ਵੰਡਦਾ ਹੈ, ਸੁੱਤੇ ਪਿਆਂ ਨੂੰ ਨਹੀਂ ਮਿਲਦੀਆਂ। ਜਿਹੜੇ ਘਰਾੜੇ ਮਾਰਦੇ ਨੇ, ਮੈਨੂੰ ਯਾਦ ਹੈ ਜਗਰਾਉਂ ਦੇ ਨਜ਼ਦੀਕ ਸੋਹੀਆਂ ਨਗਰ ਦਾ ਇੱਕ ਗੁਰਮੁਖ ਜੋ ਭਜਨ ਬੰਦਗੀ ਵਾਲਾ, ਕੁਦਰਤੀ ਕਾਰੋਬਾਰ ਤੋਂ ਵਿਹਲਾ ਹੋ ਕੇ ਉਹਦਾ ਸ਼ੌਂਕ ਸੀਗਾ
ਕਥਾ ਕੀਰਤਨ ਦਾ ਪ੍ਰੇਮੀ। ਤੇ ਉਹ ਜਥੇ 'ਚ ਆਇਆ, ਮੇਰਾ ਮਿੱਤਰ ਸੀਗਾ। ਪ੍ਰੋਗਰਾਮ ਦੇ ਪਾਠ ਕਰਾਉਣ ਚਲਾ ਗਿਆ ਨਾਲ। ਗੁਰੂਸਰ ਮਹਾਰਾਜ ਦੀ ਗੱਲ ਹੈ। ਗੁਰੂਸਰ ਮਹਾਰਾਜ ਜਿੱਥੇ 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਆਪਦੇ ਜੀਵਨ ਕਾਲ ਦੀਆਂ ਜਿਹੜੀਆਂ 4 ਮਹਾਨ ਜੰਗਾਂ ਕੀਤੀਆਂ, ਜੋ ਤੀਸਰਾ ਜੰਗ ਮਹਾਰਾਜ ਨੇ ਉੱਥੇ ਕੀਤਾ। ਮਹਾਰਾਜ ਬਹੁਤ ਹੀ ਪਵਿੱਤਰ ਸਥਾਨ ਹੈ। ਇੱਕ ਛੋਟਾ ਮਹਾਰਾਜ ਗੁਰਦੁਆਰਾ ਗੁਰੂਸਰ ਸਾਹਿਬ, ਇੱਕ ਵੱਡਾ ਗੁਰੂਸਰ ਸਾਹਿਬ ਹੈ। 2 ਗੁਰਦੁਆਰੇ ਨੇ। ਇੱਕ ਜਗ੍ਹਾ SGPC ਦਾ ਪ੍ਰਬੰਧ ਹੈ, ਦੂਜੀ ਜਗ੍ਹਾ ਤੇ ਨਗਰ ਨਿਵਾਸੀ ਔਰ ਟਕਸਾਲ ਦੇ ਗੁਰਮੁਖ ਮਹਾਂਪੁਰਖ ਬਾਬਾ ਸ਼ੇਰ ਸਿੰਘ ਸਾਹਿਬ ਜੀ, ਉਹਨਾਂ ਨਾਲ ਮੇਰਾ ਪਿਆਰ ਸੀਗਾ। ਥੱਕੇ ਹੋਏ ਤੇ ਮੇਰਾ ਤਾਂ ਸੁਭਾਅ ਹੀ ਇਸ ਤਰ੍ਹਾਂ, ਜਾਂਦਿਆਂ ਸਾਰ ਹੀ ਰੋਟੀ ਪਾਣੀ ਖਾਧਾ ਤੇ ਚਲੋ ਮੇਰੇ ਭਾਈ, ਚਾਦਰ ਲਈ। ਗਰਮੀਆਂ ਦੇ ਦਿਨ ਸੀਗੇ, ਸੁੱਖ ਆਰਾਮ ਦੇ ਨਾਲ। ਤੇ ਉਹਨੇ ਬਾਅਦ ਵਿੱਚ ਮੈਨੂੰ ਦੱਸਿਆ, ਕਹਿੰਦਾ ਵੀ ਕੋਈ ਚਿੱਟੇ ਵਸਤਰਾਂ ਵਾਲੇ ਮਹਾਂਪੁਰਖ ਆਏ, ਭਾਈ ਸੁਰਿੰਦਰ ਸਿੰਘ ਜੀ, ਸਿਮਰਨ ਭਜਨ ਵਾਲੀ ਰੂਹ। ਤੇ ਕਹਿੰਦਾ ਮੈਂ ਉੱਠ ਕੇ ਬੈਠ ਗਿਆ, ਲੰਮੇ ਪਿਆ ਉੱਠ ਖਲੋਤਾ, ਸਰਾਣਾ ਛੱਡ ਕੇ ਪੈਂਦ ਵੱਲ ਹੋ ਗਿਆ। ਆਖਿਆ ਵੀ ਬੈਠੋ, ਕਹਿੰਦੇ ਨਹੀਂ ਬਹਿਣਾ ਨਹੀਂ ਹੈ। ਤੇ ਬਸ ਫਤਿਹ ਬੁਲਾਉਣ ਆਏ, ਹਾਲ ਚਾਲ ਪੁੱਛਣ ਆਏ। ਫਿਰ ਉਹ ਤੁਰ ਗਏ ਅੰਮ੍ਰਿਤ ਵੇਲੇ। ਤੇ ਮੈਂ ਕਿਹਾ ਪਤਾ ਕਿਵੇਂ ਲੱਗਾ ਤੈਨੂੰ? ਕਹਿੰਦਾ ਬਸ ਮਹਿਸੂਸ ਹੋਇਆ ਅੰਦਰ ਕੋਈ ਆ ਰਿਹਾ। ਮੈਂ ਕਿਹਾ ਮੈਨੂੰ ਨਹੀਂ ਉਠਾਇਆ। ਕਹਿੰਦੇ ਚੇਤਾ ਹੀ ਨਹੀਂ ਰਿਹਾ। ਤੇ ਇਸ ਵਾਸਤੇ ਜਿਹੜੇ ਭਜਨ ਬੰਦਗੀ ਵਾਲੀਆਂ ਰੂਹਾਂ ਨੇ, ਇਹ ਉਹਨਾਂ ਦੀਆਂ ਬਾਤਾਂ ਹਨ, ਚਿੱਤ ਜੁੜਿਆਂ ਵਾਲਿਆਂ ਦੀਆਂ। ਸੋ ਬਾਬਾ ਫਰੀਦ ਸਾਹਿਬ ਦੇ ਮਨ ਵਿੱਚ ਮਾਣ ਆ ਗਿਆ। ਗੁਰੂ ਸਾਹਿਬ ਤਾਂ ਭਗਵਾਨ ਨੇ, ਨਿਰੰਕਾਰ ਦਾ ਰੂਪ ਨੇ। ਕਹਿੰਦੇ ਜਿਹੜਾ ਰੱਬ ਹੈ ਉਹ ਸੁੱਤਿਆਂ ਨੂੰ ਵੇਖ ਕੇ ਮੁੜ ਜਾਂਦਾ ਹੈ, ਸੁੱਤਿਆਂ ਨੂੰ ਨਹੀਂ ਕੁਛ ਵੀ ਦਿੰਦਾ। ਜਿਹੜਾ ਬੰਦਾ ਹੈ ਹੀ ਸੁੱਤਾ ਪਿਆ, ਉਹਨੂੰ ਕੀ ਮਿਲਣਾ? ਜਾਗਦਿਆਂ ਨੂੰ ਦਾਤਾਂ ਦੇ ਕੇ ਜਾਂਦਾ। ਫਰੀਦ ਸਾਹਿਬ ਜੀ ਨੇ ਬਚਨ ਕੀਤਾ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ। ਸਤਿਗੁਰੂ ਨਾਨਕ ਦੇਵ ਮਹਾਰਾਜ ਉਸੇ ਵੇਲੇ ਸਤਿਨਾਮ ਵਾਹਿਗੁਰੂ 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 ਕਹਿੰਦੇ ਉੱਠ ਕੇ ਬੈਠ ਗਏ। ਸੁੱਤੇ ਥੋੜੋ ਸਨ, ਉਹ ਵੈਸੇ ਹੀ ਲੇਟੇ ਹੋਏ ਸੀ ਵਿਸ਼ਰਾਮ ਦੇ ਵਿੱਚ। ਹੈ ਤਾਂ ਮਹਾਰਾਜ ਧਿਆਨ ਦੇ ਵਿੱਚ ਸੀ। ਉੱਠ ਕੇ ਬੈਠ ਗਏ। ਵੇਖਿਆ ਫਰੀਦ ਨੇ ਇਹ ਸ਼ਲੋਕ ਪੜ੍ਹਿਆ ਤੇ ਮੇਰੇ ਤੇ ਪੜ੍ਹਿਆ ਹੈ। ਕਮੈਂਟ ਕੀਤਾ, ਤਰਕ ਕੀਤੀ, ਵਿਅੰਗ ਕੀਤਾ। ਤਾਂ ਗੁਰੂ ਸਾਹਿਬ ਨੇ ਫਿਰ ਪਾਵਨ ਸ਼ਲੋਕ ਜਵਾਬ ਦੇ ਵਿੱਚ ਉਚਾਰਿਆ। ਕਹਿੰਦੇ ਬਾਬਾ ਫਰੀਦ ਸਾਹਿਬ ਜੀ, ਦਾਤੀ ਸਾਹਿਬ ਸੰਦੀਆਂ, ਜਿਹੜੀਆਂ ਮਾਲਕ ਦੀਆਂ ਦਾਤਾਂ ਨੇ, ਕਿਆ ਚੱਲੇ ਤਿਸ ਨਾਲ, ਉਹਦੇ ਨਾਲ ਕਿਸੇ ਦਾ ਕੀ ਜ਼ੋਰ ਚੱਲ ਸਕਦਾ ਹੈ। ਆ ਵੇਖ ਲਾ, ਬਾਕੀ ਗੱਲ ਤਾਂ ਨਹੀਂ ਵੀ ਕਰਦਾ, ਅੰਤਰੀਵ ਗੱਲਾਂ ਦੇ ਮਨ ਦੀਆਂ ਨੇ ਨਾ, ਆਤਮਾ ਦੀਆਂ। ਤੂੰ ਪ੍ਰਤੱਖ ਅੱਖਾਂ ਨਾਲ ਵੇਖ ਲੈ, ਤੇਰੇ ਬਾਟੇ 'ਚ ਪਾਈਆ ਦੁੱਧ ਹੋਊਗਾ, ਵੱਧ ਤੋਂ ਵੱਧ। ਪਾਈਆ ਨਹੀਂ ਤਾਂ ਅੱਧਾ ਕਿਲੋ ਹੋਊਗਾ। ਸਾਰਿਆਂ ਦੇ ਬਾਟੇ ਵੇਖ ਲੈ, ਥੋੜਾ ਥੋੜਾ ਦੁੱਧ ਹੈ। ਤਾਂ ਮੇਰੇ ਕੋਲ ਵੇਖ ਲੈ, ਅੱਧੀ ਬਾਲਟੀ ਭਰੀ ਪਈ ਹੈ। ਤੇ ਤੁਹਾਨੂੰ ਇੱਕ ਇੱਕ ਮੋਹਰ ਮਿਲੀ ਹੈ, ਮੈਨੂੰ 5 ਮਿਲੀਆਂ ਨੇ। ਕੋਈ ਜ਼ਰੂਰੀ ਨਹੀਂ ਵੀ ਬੰਦਾ ਸੁੱਤਾ ਪਿਆ ਤੇ ਉਹਨੂੰ ਮਿਲਦਾ ਨਹੀਂ। ਸੁੱਤਾ ਪਿਆ ਬੰਦਾ ਕਈ ਵਾਰ ਜਾਗਦੇ ਨਾਲੋਂ ਕਈ ਗੁਣਾ ਚੰਗਾ ਹੁੰਦਾ। ਜੇ ਜਾਗਦੇ ਦੇ ਮਨ 'ਚ ਹੰਕਾਰ ਆ ਗਿਆ, ਮਾਨ ਆ ਗਿਆ, ਮਤਲਬ ਉਹਦਾ ਚਿੱਤ ਉਟਕ ਗਿਆ, ਆਪ ਦਾ ਕੰਮ ਛੱਡ ਕੇ ਦੂਜੇ ਵੱਲ ਵੇਖਣ ਲੱਗ ਪਿਆ, ਕਿਸੇ ਦੀ ਔਗਣ ਵੇਖ ਰਿਹਾ। ਇਹਦੇ ਨਾਲ ਸੁੱਤਾ ਹੀ ਚੰਗਾ। ਕਿਸੇ ਨੂੰ ਵਹਿੰਦਾ ਤਾਂ ਨਹੀਂ ਨਾ, ਜੋ ਮਰਜ਼ੀ ਕੋਈ ਕਰਦਾ ਕਰੇ ਨਾ ਕਰੇ, ਉਹਦੀ ਆਪਦੀ ਜ਼ਿੰਦਗੀ ਆ। ਕਿਸੇ ਦੇ ਜੀਵਨ 'ਚ ਆਪਾਂ ਭਲਾ ਕਿਉਂ ਦਖਲ ਦਿੰਦੇ ਆ? ਕੋਈ ਸੌਵੇਂ, ਕੋਈ ਜਾਗੇ, ਕੋਈ ਕੰਮ ਕਰੇ, ਕੋਈ ਵਿਹਲਾ ਰਹੇ, ਤੁਹਾਨੂੰ ਕੀ? ਬੰਦਾ ਪੁੱਛੇ ਵੀ ਤੁਸੀਂ ਕੀ ਕੀਤਾ ਦੱਸੋ। ਆਪਾਂ ਦੂਜਿਆਂ ਦੀਆਂ ਬਾਤਾਂ ਮਾਰਦੇ ਆ ਵੀ ਆਹ ਨਹੀਂ ਕਰਦਾ, ਉਹ ਨਹੀਂ ਕਰਦਾ, ਤੁਸੀਂ ਕੀ ਸਵਾਰਿਆ? ਇਹ ਮਨ ਦਾ ਮਾਣ ਤਿਆਗਣਾ ਹੀ ਇੱਕ ਸਭ ਤੋਂ ਪਹਿਲਾ ਲੈਸਨ ਹੈ ਗੁਰਦੁਆਰੇ ਦਾ, ਜੋ ਸਾਡੇ ਜ਼ਿੰਦਗੀ ਦੇ ਵਿੱਚ ਜਿੰਨਾ ਮਰਜ਼ੀ ਪੜ੍ਹੇ ਲਿਖੇ ਹੋਈਏ, ਜਿੰਨਾ ਮਰਜ਼ੀ ਕਮਾਈ ਕਰਦੇ, ਨਿਤਨੇਮੀ ਹੋਈਏ, ਇਹ ਲੈਸਨ ਸਾਡੀ ਸਮਝ ਅਜੇ ਤੱਕ ਨਹੀਂ ਆਇਆ।
ਵੀ ਅਸੀਂ ਆਪਦੀ ਜ਼ਿੰਦਗੀ ਨੂੰ ਸਵਾਰਨਾ, ਆਪਦਾ ਭਲਾ ਕਰਨਾ, ਪਰ ਅਸੀਂ ਆਪਦਾ ਟਾਈਮ ਦੂਜਿਆਂ ਵੱਲ ਜ਼ਿਆਦਾ ਬਰਬਾਦ ਕਰਦੇ। ਫਰੀਦ ਸਾਹਿਬ ਜੀ ਆ ਵੇਖ, ਮੈਨੂੰ ਜ਼ਿਆਦਾ ਦੁੱਧ ਪ੍ਰਾਪਤ ਹੋਇਆ ਤੇ 5 ਮੋਹਰਾਂ ਮਿਲੀਆਂ ਨੇ। ਇਹ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਇਉਂ ਜ਼ਰੂਰੀ ਨਹੀਂ ਵੀ ਬੰਦੇ ਜਾਗਦੇ ਨੂੰ ਰੱਬ ਦਾਤਾ ਦਿੰਦਾ। ਸੁੱਤਾ ਪਿਆ ਬੰਦਾ ਇੱਕ ਤਾਂ ਨਿੰਦਿਆ ਤੋਂ ਬਚਿਆ ਹੁੰਦਾ, ਇੱਕ ਔਗਣਾ ਤੋਂ ਬਚਿਆ ਹੁੰਦਾ, ਤੇ ਇੱਕ ਸੋ ਘੱਟੋ ਘੱਟ ਆਪਦੇ ਸਰੀਰ ਨੂੰ ਤਾਂ ਵਿਸ਼ਰਾਮ ਦੇ ਰਿਹਾ। ਜਿਹੜਾ ਜਾਗ ਰਿਹਾ ਉਹ ਸਮਾਂ ਵੀ ਬਰਬਾਦ ਕਰ ਰਿਹਾ, ਸਰੀਰ ਵੀ ਉਹਦਾ ਕਸ਼ਟ ਦੇ ਵਿੱਚ, ਗੱਲਾਂ ਕਰਨ ਦੇ ਨਾਲ ਕਿੰਨਾ ਸਿਰ ਖਪੇ ਹੁੰਦਾ। ਇਸ ਲਈ ਜਾਗਦੇ ਨਾਲੋਂ ਕਈ ਵਾਰ ਸੁੱਤਾ ਬੰਦਾ ਜ਼ਿਆਦਾ ਗੁਣਾ ਵਾਲਾ ਹੈ। ਮਹਾਰਾਜ ਨੇ ਨੀਂਦ ਨੂੰ ਚੰਗੀ ਵੀ ਆਖਿਆ, ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ, ਜੇ ਚਿੱਤ ਜੁੜਿਆ ਹੋਇਆ ਹੈ। ਮਹਾਰਾਜ ਕਹਿੰਦੇ ਜਾਗਣ ਤੇ ਸੁਪਨਾ ਭਲਾ। ਹੁਣ ਤੁਹਾਨੂੰ ਕੀ ਪਤਾ ਵੀ ਸੁੱਤੇ ਪਿਆ ਕੀ ਤਾਂ ਰੱਬ ਦਾ ਹੀ ਸੁਪਨਾ ਆਉਂਦਾ ਹੋਵੇ। ਭਾਈ ਵੀਰ ਸਿੰਘ ਸਾਹਿਬ ਜੀ ਨੇ ਆਪਦੇ ਸੁਪਨੇ ਦੀ ਵਿਥਿਆ ਲਿਖੀ ਹੈ। ਹੁਣ ਤੁਸੀਂ ਤਾਂ ਸੋਚ ਲਿਆ ਵੀ ਆਪਾਂ ਗੁਰਦੁਆਰੇ ਬੈਠੇ ਫਲਾਣਾ ਬੰਦਾ ਸੁੱਤਾ ਪਿਆ, ਕੀ ਤਾਂ ਸੁੱਤਾ ਵੀ ਜੁੜਿਆ ਹੋਊਗਾ। ਭਾਈ ਵੀਰ ਸਿੰਘ ਨੇ ਆਪਦਾ ਸੁਪਨਾ ਲਿਖਿਆ। ਉਹ ਕਹਿੰਦੇ ਨੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਮ ਦੀ ਰਹੀ ਕਲਾਈ। ਕੰਮ ਦੀ ਕਲਾਈ ਨਾਮ ਇੱਕ ਕਵਿਤਾ ਹੈ, ਉਹਦੇ ਵਿੱਚ ਭਾਈ ਸਾਹਿਬ ਨੇ ਜ਼ਿਕਰ ਕੀਤਾ। ਮਤਲਬ ਸੁੱਤਾ ਵੀ ਰੱਬ ਨਾਲ ਮਿਲਿਆ ਹੋ ਸਕਦਾ। ਜਾਗਣ ਦੇ ਸੁਪਨਾ ਭਲਾ ਬਸੀਏ ਪ੍ਰਭ ਸੰਗ। ਤੋ ਇਸ ਲਈ ਸੁੱਤਾ ਬੰਦਾ ਮਾੜਾ ਨਹੀਂ ਹੁੰਦਾ ਹੈ, ਘੱਟ ਤੋਂ ਘੱਟ ਆਪਦੇ ਸਰੀਰ ਨੂੰ ਵਿਸ਼ਰਾਮ ਦਿੰਦਾ। ਆ ਜਿੰਨੇ ਕਮਲੇ ਤੁਰੇ ਫਿਰਦੇ ਨੇ ਆ ਲੰਗਰ 'ਚ ਸੁਹਾਣੇ ਦੇ, ਇਹ ਤਾਂ ਕਮਲੇ ਹੋਏ ਨੇ ਵੀ ਇਹ ਸੌਂਦੇ ਨਹੀਂ ਹਨ। ਕਈ ਵਾਰ ਮੈਂ 12 ਵਜੇ ਵੇਖਿਆ, ਕਈ ਵਾਰ 2 ਵਜੇ 4 ਵਜੇ, ਉਸੇ ਤਰ੍ਹਾਂ ਹੀ ਭੱਜੇ ਫਿਰਨਗੇ, ਤੁਰੇ ਫਿਰਨਗੇ। ਜਿਹੜਾ ਸੌਣ ਵਾਲਾ ਬੰਦਾ ਹੈ ਉਹ ਕਦੀ ਕਮਲਾ ਨਹੀਂ ਹੁੰਦਾ। ਕਮਲਾ ਬੰਦਾ ਉਹੀ ਹੁੰਦਾ ਜਿਹੜਾ ਸੌਂਦਾ ਨਹੀਂ। ਇਸ ਲਈ ਸੌਣਾ ਮਾੜਾ ਨਹੀਂ ਹੈ। ਸਿਮਰਨ ਕਰਨ ਦੀ ਆਗਿਆ ਜ਼ਰੂਰ ਹੈ, ਪਰ ਇਹ ਨਹੀਂ ਵੀ ਬੰਦਾ ਸੌਵੇਂ ਹੀ ਨਾ। ਬਾਬਾ ਫਰੀਦ ਸਾਹਿਬ ਜੀ ਤੂੰ ਮੈਨੂੰ ਸੁੱਤੇ ਪਏ ਨੂੰ ਵੇਖ ਕਮੈਂਟ ਕਰ ਰਿਹਾ, ਵਿਅੰਗ ਕਰ ਰਿਹਾ। ਬੰਦਾ ਇੱਕ ਥੱਕਿਆ ਪਿਆ ਹੈ, ਜੇ ਉਹ ਘੜੀ ਸੌਂ ਗਿਆ ਤੇ ਰਿਲੈਕਸ ਹੋ ਕੇ ਇਸ਼ਨਾਨ ਪਾਣ ਕਰਕੇ, ਜਿਹੜਾ ਪਾਠ ਮੈਂ ਵੇਖਿਆ ਵੀ 2.5 ਘੰਟੇ 'ਚ ਹੁੰਦਾ ਬੇਰਾਮੀ 'ਚ, ਉਹੀ ਸੁਖਮਨੀ ਸਾਹਿਬ ਦਾ ਪਾਠ ਤੁਸੀਂ 20-25 ਮਿੰਟਾਂ 'ਚ ਕਰ ਸਕਦੇ ਹੋ। ਨਾਲੇ ਤਾਂ 1.5 ਘੰਟਾ ਸੌਵੋ, ਨਾਲੇ ਪਾਠ ਵਧੀਆ ਆਨੰਦ ਨਾਲ ਹੋਊਗਾ, ਤੇ ਨਾਲੇ ਸੌਵੋ ਵੀ ਨਾ, ਗੋਡਿਆਂ 'ਚ ਸਿਰ ਮਾਰੀ ਜਾਓ, ਤੇ ਪਾਠ ਦਾ ਵੀ ਆਨੰਦ ਨਹੀਂ ਆਉਂਦਾ। ਹੁੰਦਾ ਵੀ ਟਾਈਮ ਬਹੁਤ ਜ਼ਿਆਦਾ ਸਮਾਂ ਲੱਗਦਾ। ਇਸ ਲਈ ਸੌਣਾ ਕੋਈ ਮਾੜਾ ਨਹੀਂ। ਖਾਸ ਕਰਕੇ ਅਖੰਡ ਪਾਠੀ ਨੂੰ ਜੇ 2 ਘੰਟੇ ਦੀ ਰੌਲ ਲਾਉਣੀ ਹੈ ਤੇ ਉਹਨੂੰ 4 ਘੰਟੇ ਸੌਣਾ ਪਊਗਾ। ਜੇ ਨਹੀਂ ਸੌਂਗਾ ਫਿਰ ਉਹਨੂੰ ਰੌਲ ਦਾ ਆਨੰਦ ਨਹੀਂ ਆਊਗਾ। ਜਾਗਦਾ ਵੀ ਹੋਊਗਾ, ਅੱਖਾਂ ਵੀ ਖੁੱਲੀਆਂ ਹੋਣਗੀਆਂ, ਬਾਣੀ ਵੀ ਸੁਣੂ ਪੜੂਗਾ, ਤੇ ਪਰ ਉਹਦਾ ਜਿਹੜਾ ਦਿਮਾਗ ਹੈ ਉਹ ਘੁੰਮਿਆ ਹੋਊਗਾ, ਉਹਨੂੰ ਸਮਝ ਕੋਈ ਨਹੀਂ ਆਊਗੀ। ਇਸ ਲਈ ਸੌਣਾ ਕੋਈ ਮਾੜਾ ਨਹੀਂ ਹੈ, ਪਰ ਸੌਣ 'ਚ ਬਹੁਤ ਫਰਕ ਹੈ। ਤੇ ਜਾਗਣਾ ਇਹ ਨਹੀਂ ਵੀ ਕੋਈ ਚੰਗਾ ਹੈ, ਜਾਗਣਾ ਵੀ ਮਾੜਾ ਹੈ। ਜੇ ਬੁਰੇ ਪਾਸੇ ਨਿਗਾਹ ਚਲੀ ਗਈ ਤਾਂ ਇਸ ਵਾਸਤੇ ਜਾਗਣਾ ਜਾਗਣ ਨਹੀਂ ਕਾ ਹਰ ਕੀਰਤਨ ਮੈਂ ਜਾਗਣਾ। ਜਾਗਣਾ ਵੀ ਉਹ ਚੰਗਾ ਜਿਹੜਾ ਰੱਬ ਦੇ ਕੀਰਤਨ 'ਚ ਜਾਗਣਾ, ਤੇ ਸੌਣਾ ਵੀ ਉਹ ਸਫਲਾ ਹੈ ਜਿਹੜਾ ਭਜਨ ਬੰਦਗੀ ਸਿਮਰਨ ਕਰਦਿਆਂ ਹੋਇਆਂ ਚਿੱਤ ਮਹਾਰਾਜ ਦੇ ਚਰਨਾਂ 'ਚ ਟਿਕਾ ਕੇ ਸੌਣਾ। ਤੋ ਬਾਬਾ ਫਰੀਦ ਸਾਹਿਬ ਜੀ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗਣ ਦੇ ਨਾਲ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ। ਆ ਵੇਖ ਸੁੱਤੇ ਪਿਆ ਨੂੰ ਉਠਾਲ ਕੇ ਮਹਾਰਾਜ ਨੇ ਸਾਨੂੰ ਦੁੱਧ ਦਿੱਤਾ ਹੈ, ਜਾਂ ਸੁੱਤੇ ਪਿਆ ਅੰਮ੍ਰਿਤ ਵੇਲੇ ਠਾਲ ਕੇ ਬਿਠਾਲ ਦਿੰਦਾ। ਤੇ ਵਾਹਿਗੁਰੂ ਵਿੱਚ ਗੁਰਮੁਖ ਪਿਆਰੇ ਸੰਤ ਭਜਨ ਚਿੱਤ ਜੋੜਦੇ ਹਨ। ਇਸ ਲਈ ਮਹਾਰਾਜ ਫਰਮਾਉਂਦੇ ਹਨ, ਜਾਗ ਸੋਏ ਸਿਮਰਨ ਰਸ ਭੋਗਾ। ਜਾਗਦਿਆਂ ਹੋਇਆਂ ਦਾ ਸਿਮਰਨ ਕਰਨਾ ਹੀ ਕਰਨਾ, ਸੌਣ ਲੱਗਿਆ ਵੀ ਆਪਦਾ ਚਿੱਤ ਸਿਮਰਨ 'ਚ ਟਿਕਾ ਕੇ ਤੇ ਸੁੱਤੇ ਪਿਆ ਵੀ ਭਜਨ ਦਾ ਆਨੰਦ ਰਸ ਮਾਣਿਆ ਕਰੋ। ਭਾਵੇਂ 8 ਘੰਟੇ ਬੰਦਾ ਸੁੱਤਾ ਹੋਵੇ, ਤੇ ਜੇ ਭਜਨ ਬੰਦਗੀ ਵਾਲੀ ਨੀਂਦ ਹੈ, ਵਾਹਿਗੁਰੂ 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 ਕਰ ਰਿਹਾ ਹੈ, ਤੇ ਕਰਦਿਆਂ ਹੀ ਸੌਂ ਗਿਆ,
8 ਘੰਟੇ ਸੌਣ ਤੋਂ ਬਾਅਦ ਵੀ ਇੰਜ ਲੱਗੂਗਾ ਕਿ 8 ਕੁ ਮਿੰਟ ਅੱਖ ਲੱਗੀ ਹੈ। 8 ਕੁ ਮਿੰਟਾਂ ਤੋਂ ਬਾਅਦ ਉਸੇ ਵੇਲੇ ਉੱਠ ਪਏ ਹਾਂ। ਇੰਜ ਜਾਪੂਗਾ ਵੀ ਹੁਣੇ ਸੁੱਤੇ ਸੀ, ਹੁਣੇ ਉੱਠ ਖਲੋਤੇ ਹਾਂ। ਵਾਹਿਗੁਰੂ ਵਾਹਿਗੁਰੂ ਕਰਦੇ ਆ ਇਉਂ। ਸੋ ਨੀਂਦ ਵੀ ਸੌਖੀ ਆ। ਆਨੰਦ ਨੀਂਦ ਦੇ ਵਿੱਚ ਵੀ ਭਜਨ ਬੰਦਗੀ ਦਾ ਮਹਾਰਾਜ ਕਹਿੰਦੇ ਭੋਗਿਆ ਕਰ ਭਾਈ, ਅਵਿਦਿਆ ਰੂਪ ਨੀਂਦ ਚੋਂ ਜਾਗ, ਉੱਠ ਜਾਗ ਘੁਰਾੜੇ ਮਾਰ ਨਹੀਂ, ਤੂੰ ਇਸ ਜਹਾਨੋਂ ਜਾਵੇਂਗੀ ਫਿਰ ਕਦਮ ਨਾ ਇੱਥੇ ਪਾਵੇਂਗੀ। ਇਸ ਲਈ ਗਿਆਨ ਅਵਸਥਾ ਸਿਮਰਨ ਦੇ ਰਸ ਨੂੰ ਮਾਨਣਾ ਕਰ। ਬਾਕੀ ਜੂਨਾ ਅਵਿਦਿਆ ਦੀ ਨੀਂਦ ਸੁੱਤੀਆਂ ਪਈਆਂ ਨੇ, ਤੂੰ ਤਾਂ ਗਿਆਨ ਅਵਸਥਾ ਵਾਲਾ ਹੈ, ਤੂੰ ਤਾਂ ਜਾਗ ਤੇ ਜਾ ਕੇ ਸਿਮਰਨ ਦੇ ਰਸ ਨੂੰ ਭੋਗਣਾ ਕਰ। ਹਰ ਸਿਮਰਨ ਪਾਈਐ ਸੰਜੋਗਾ। ਪਰ ਹਰੀ ਪਰਮੇਸ਼ਰ ਦਾ ਸਿਮਰਨ ਭਜਨ ਕਰਨਾ ਪੂਰਬਲੇ ਪੁੰਨਾਂ ਦੇ ਜਾਂ ਗੁਰਾਂ ਦੇ ਸਤਸੰਗ ਦੇ ਮਿਲਾਪ ਕਰਕੇ ਹੀ ਪਾਉਣਾ ਕਰੀਦਾ। ਭਾਗਾਂ ਤੋਂ ਬਗੈਰ ਇੱਕ ਵਾਰ ਵੀ ਵਾਹਿਗੁਰੂ ਨਹੀਂ ਕਿਹਾ ਜਾ ਸਕਦਾ। ਇਸ ਲਈ ਅਰਦਾਸ ਜ਼ਰੂਰੀ ਹੈ, ਜੋ ਸਵੇਰ ਸ਼ਾਮ। ਨਿਤਨੇਮ ਘੱਟ ਜ਼ਰੂਰੀ ਹੈ, ਪਰ ਅਰਦਾਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਗੁਰੂ ਘਰ ਦੀ ਮਰਿਆਦਾ ਇਸੇ ਵਾਸਤੇ ਹੈ ਕਿ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਵੀ ਅਰਦਾਸ ਹੋਵੇ ਅਤੇ ਸ਼ਾਮਾਂ ਦੇ ਰਹਿ ਰਸ ਦੇ ਪਾਠ ਤੋਂ ਬਾਅਦ ਵੀ ਅਰਦਾਸ, ਪੂਰੀ ਅਰਦਾਸ ਹੋਵੇ, ਲੰਬੀ ਅਰਦਾਸ। ਅਤੇ ਬਾਕੀ ਛੋਟੀਆਂ ਅਰਦਾਸਾਂ ਤਾਂ ਹਰ ਵਕਤ ਕਰਨੀਆਂ ਚਾਹੀਦੀਆਂ। ਇਸ ਲਈ ਨਹੀਂ ਚਿੱਤ ਜੁੜਦਾ ਤਾਂ ਅਰਦਾਸ ਜ਼ਰੂਰੀ ਹੈ। ਅਰਦਾਸ ਕਰੀਏ, ਮਹਾਰਾਜ ਸਾਡਾ ਸੰਜੋਗ ਬਣਾਵੇ। ਜਿਹ ਸਿਮਰਨ ਨਾਹੀ ਤੁਝ ਭਾਰ। ਜਿਸ ਪਰਮੇਸ਼ਰ ਦਾ ਸਿਮਰਨ ਭਜਨ ਕਰਕੇ ਤੇਰੇ ਸਿਰ ਤੇ ਲੋਕ ਦੰਡ, ਪਿਤਰ ਦੰਡ, ਰਾਜ ਦੰਡ ਆਦਿਕ ਦਾ ਜਾਂ ਪਾਪਾਂ ਰੂਪੀ ਬੋਝ ਨਹੀਂ ਹੋਵੇਗਾ। ਸੋ ਸਿਮਰਨ ਰਾਮ ਨਾਮ ਆਧਾਰ। ਜੋ ਆਸਰਾ ਰੂਪ ਪਰਮੇਸ਼ਰ ਦਾ ਨਾਮ ਹੈ, ਉਹਦੇ ਸਿਮਰਨ ਨੂੰ ਹਰ ਵਕਤ ਯਾਦ ਕਰ, ਜਾਂ ਉਸ ਪਰਮੇਸ਼ਰ ਦੇ ਨਾਮ ਸਿਮਰਨ ਦਾ ਆਪਣੇ ਹਿਰਦੇ ਵਿੱਚ ਆਸਰਾ ਲੈਣਾ ਕਰ। ਕਹਿ ਕਬੀਰਾ ਜਾਂ ਕਾ ਨਹੀਂ ਅੰਤ। ਭਗਤ ਕਬੀਰ ਸਾਹਿਬ ਜੀ ਇਹ ਸਾਰਾ ਉਪਦੇਸ਼ ਕਹਿ ਰਹੇ ਨੇ। ਜਿਹੜੇ ਅੱਠੇ ਪੈਰ ਇੱਕ ਤੇ ਲਿਵੈ, ਮੰਨੇਨ ਹੁਕਮ ਪਾਰ। ਵਾਹਿਗੁਰੂ ਦਾ ਹੁਕਮ ਮੰਨਦੇ ਅੱਠੇ ਪੈਰ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਕਹਿੰਦੇ ਹਨ ਕਿ ਉਸ ਵਾਹਿਗੁਰੂ ਦਾ, ਜਿਸ ਦਾ ਕੋਈ ਵੀ ਨਾਮ ਸਿਮਰਨ ਦਾ ਅਖੀਰ ਅੰਤ ਨਹੀਂ ਪਾਇਆ ਜਾ ਸਕਦਾ। ਤਿਸ ਕੇ ਆਗੇ ਤੰਤ ਨਾ ਮੰਤ। ਉਸ ਤਤ ਸਰੂਪ ਪਰਮੇਸ਼ਰ ਦੇ ਅੱਗੇ ਕਿਸੇ ਦੀ ਵੀ ਮੰਤ ਸਲਾਹ ਨਹੀਂ ਚੱਲ ਸਕਦੀ, ਜਾਂ ਉਸ ਪਰਮੇਸ਼ਰ ਦੇ ਅੱਗੇ ਸਨਮੁਖ ਹੋਣ ਵਾਸਤੇ ਦੁਨੀਆ ਦੇ ਤੰਤਰ ਤੇ ਸ਼ਾਸਤਰਾਂ ਦੇ ਮੰਤਰ ਨਹੀਂ ਚੱਲ ਸਕਦੇ। ਰਾਮ ਕਲੀ ਘਰ ਦੂਜਾ। ਰਾਮ ਕਲੀ ਰਾਗਣੀ ਦੇ ਦੂਸਰੇ ਸੁਰਤਾਲ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਬਾਣੀ ਕਬੀਰ ਜੀ ਕੀ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਉਚਾਰਨ ਕਰਕੇ ਲਿਖਵਾ ਰਹੇ ਹਨ। ਇੱਕ ਓੰਕਾਰ। ਪਹਿਲਾਂ ਮੰਗਲ ਕਰਦੇ ਨੇ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀਓ, ਇਹ ਜੋ ਪਾਵਨ ਸ਼ਬਦ ਹੈ, ਇਹ ਸ਼ਬਦ ਵਿੱਚ ਕੁਝ ਕੁ ਤੁਕਾਂ ਜਿਹੜੀਆਂ ਨੇ ਅਨਵੇਂ ਕਰਕੇ ਲੱਗਣਗੀਆਂ। ਪਹਿਲਾਂ ਤੁਸੀਂ ਸ਼ਬਦ ਦੀ ਆਰੰਭਤਾ ਵਾਲੀ ਤੁਕ ਸਰਵਣ ਕਰੋ, ਫਿਰ ਅਰਥਾਂ ਵਾਸਤੇ ਕੁਝ ਤੁਕਾਂ ਪਹਿਲਾਂ ਕਰਨੀਆਂ ਪੈਣਗੀਆਂ। ਉਹ ਆਪ ਨੇ ਖਿਆਲ ਰੱਖਣਾ। ਪਹਿਲਾਂ ਆਰੰਭ ਤੋਂ ਸਰਵਣ ਕਰੋ। ਬਖਤੈ ਬਖਸ਼ ਬੰਦ ਚ ਬੰਧਨ ਪਾਇਆ, ਮੁਕਤੈ ਗੁਰ ਅਨਲ ਬਜਾਇਆ। ਇੱਥੋਂ ਸ਼ਬਦ ਦੀ ਆਰੰਭਤਾ ਹੁੰਦੀ ਹੈ, ਪਰ ਕਥਾ ਆਪਾਂ ਕੁਝ ਪੰਕਤੀਆਂ ਅਨਵੇਂ ਕਰਕੇ ਕਰਾਂਗੇ। ਇਹ ਜੋ ਪਾਵਨ ਸ਼ਬਦ ਹੈ, ਇਹਦੀ ਉਥਾਨਕਾ ਇੰਜ ਹੈ ਕਿ ਭਗਤ ਕਬੀਰ ਜੀ ਦੇ ਪਾਸ ਇੱਕ ਜੋਗੀ ਆ ਕੇ ਪੁੱਛਣ ਲੱਗਾ ਕਿ ਮੁਕਤੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਤਾਂ ਸੁਣ ਕੇ ਭਗਤ ਜੀ ਕਹਿਣ ਲੱਗੇ ਕਿ ਮੁਕਤੀ ਦੇ ਦੋ ਰਸਤੇ ਨੇ।
ਇੱਕ ਹੈ ਹਠ ਯੋਗ, ਦੂਜਾ ਹੈ ਸਹਿਜ ਯੋਗ, ਗਿਆਨ ਯੋਗ, ਭਗਤੀ ਯੋਗ। ਤਾਂ ਜੋਗੀ ਕਹਿਣ ਲੱਗਾ ਕਿ ਤੁਸੀਂ ਦੋਵੇਂ ਰਸਤਿਆਂ ਬਾਰੇ ਦੱਸੋ। ਤਾਂ ਕਬੀਰ ਭਗਤ ਜੀ ਪਹਿਲਾਂ ਹਠ ਯੋਗ ਦਾ ਕਥਨ ਕਰਦੇ ਹਨ, ਸ਼ਬਦ ਉਚਾਰਨ ਕਰਦੇ ਨੇ। ਆਓ ਇਸ ਪੰਕਤੀ ਤੋਂ ਅਰਥ ਸ਼ੁਰੂ ਕਰਦੇ ਹਾਂ। ਬਖਤੈ ਬਖ ਸ਼ਬਦ ਸੁਨਾਇਆ। ਜਦ ਯੋਗ ਕਿਰਿਆ ਦਾ ਬਖਤ ਹੈ ਉਪਦੇਸ਼ ਦੇਣ ਵਾਲੇ ਗੁਰਾਂ ਨੇ ਯੋਗ ਕਿਰਿਆ ਦਾ ਸ਼ਬਦ ਉਪਦੇਸ਼ ਆਪਣੇ ਮੁਖੋਂ ਬਕ ਬੋਲ ਕੇ ਉਚਾਰਨ ਕਰਕੇ ਸੁਣਾਇਆ। ਸੁਨ ਤੈ ਸੁਨ ਮਨ ਬਸਾਇਆ। ਤਦ ਸੁਣਨ ਵਾਲੇ ਅਧਿਕਾਰੀ ਯੋਗਾ ਅਭਿਆਸੀ ਨੇ ਸਰਵਣ ਕਰਕੇ ਮਨ ਚਿੱਤ ਦੇ ਵਿੱਚ ਵਸਾਉਣਾ ਕੀਤਾ। ਕਾਰ ਕਰਤਾ ਉਤਰ ਸਪਾਰੰ। ਇਉਂ ਜੋ ਯੋਗਾ ਅਭਿਆਸੀ ਪੁਰਖ ਗੁਰਾਂ ਦੀ ਦੱਸੀ ਹੋਈ ਉਪਦੇਸ਼ ਦੀ ਕਮਾਈ ਕਰਕੇ ਪ੍ਰਾਣਾਯਾਮ ਦਾ ਅਭਿਆਸ ਕਰਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਰੂਪ ਕਿਨਾਰੇ ਤੇ ਉਤਰ ਜਾਂਦਾ ਹੈ। ਬੰਦ ਚ ਬੰਦ ਕਬੀਰਾ ਕਹਿ ਕਬੀਰਾ ਸਾਰੰ। ਭਗਤ ਕਬੀਰ ਜੀ ਕਹਿੰਦੇ ਕਿ ਇਹ ਅਸੀਂ ਹਠ ਯੋਗ ਦਾ ਸਾਰ ਦੱਸਿਆ ਹੈ। ਹੁਣ ਸ਼ਬਦ ਦੀ ਆਰੰਭਤਾ ਤੋਂ ਅਰਥ ਸਰਵਣ ਕਰੋ। ਬੰਦ ਚ ਬੰਧਨ ਪਾਇਆ। ਜੋ ਬੰਧ ਚ ਪ੍ਰਾਣ ਹਨ ਫਿਰ ਇਹਨਾਂ ਨੂੰ ਬੰਨਣਾ ਪਾਇਆ, ਭਾਵ ਰੋਕਣਾ ਕੀਤਾ ਹੈ। ਜਾਂ ਬੰਧ ਚੇ ਪੁਨਾ ਮੂਲ ਬੰਧ ਤੇ ਜਲੰਧਰ ਬੰਧ ਨੂੰ ਪਾਉਣਾ ਕੀਤਾ। ਜਦੋਂ 6 ਚੱਕਰਾਂ ਤੋਂ ਮੁਕਤੈ ਗੁਰ ਅਨਲ ਬੁਝਾਇਆ। 6 ਚੱਕਰਾਂ ਤੋਂ ਛੁੱਟੇ ਹੋਏ ਜੋਗੀ ਗੁਰਾਂ ਨੇ ਪ੍ਰਾਣਾਯਾਮ ਦੁਆਰਾ ਓਅੰਕਾਰ ਨੂੰ ਸ਼ਬਦ ਨੂੰ ਉਚਾਰਦਿਆਂ ਹੋਇਆਂ ਅਨਲ ਪਾਉਣ, ਸਵਾਸਾਂ ਨੂੰ ਉਤਾਰਨਾ, ਚੜਾਉਣਾ, ਇਹ ਸਮਝਾਉਣਾ ਕੀਤਾ। ਜਬ ਨਖ ਸਿਖਾਏ ਹੋ ਮਨ ਚੀਨਾ। ਜਦ ਪੈਰਾਂ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਭਾਵ ਏੜਾ ਸੁਰ ਦੁਆਰਾ ਪ੍ਰਾਣਾਂ ਦਾ ਚੜਾਉਣਾ, ਪਿੰਗਲਾ ਸੁਰ ਦੁਆਰਾ ਇਸ ਮਨ ਦੇ ਅੰਦਰ ਗੁਰੂ ਜੋਗੀ ਦੀ ਸੰਗਤ ਕਰਕੇ ਯੋਗਾ ਅਭਿਆਸ ਦੀ ਕਿਰਿਆ ਨੂੰ ਚੀਨਾ ਜਾਣਿਆ। ਜਾਂ ਜਦੋਂ ਨਖ ਭਾਵ ਏੜਾ ਤੇ ਸਿੱਖ ਭਾਵ ਪਿੰਗਲਾ ਤੇ ਮਨ ਸੁਖਮਣਾ ਇਹਨਾਂ ਨਾੜੀਆਂ ਦਾ ਭੇਦ ਜਾਣ ਲਿਆ। ਤਬ ਅੰਤਰ ਮੱਜਨ ਕੀਨਾ। ਤਦੋਂ 10ਵੇਂ ਦੁਆਰ ਦੇ ਵਿੱਚ ਪ੍ਰਾਣਾਯਾਮ ਦੁਆਰਾ ਸਵਾਸਾਂ ਨੂੰ ਟਿਕਾਉਣਾ ਹੀ ਮੱਜਨ ਪੁਰਬ ਦਾ ਇਸ਼ਨਾਨ ਕੀਤਾ ਹੈ। ਤਦੋਂ ਤ੍ਰਿਕੁਟੀ ਦੇ ਵਿੱਚ ਏੜਾ ਪਿੰਗਲਾ ਤੇ ਸੁਖਮਨਾ ਰੂਪ ਤਰਬੈਣੀ ਵਿੱਚ ਪੁਰਬ ਦਾ ਇਸ਼ਨਾਨ ਕੀਤਾ ਹੈ। ਪ੍ਰਮ ਪਵਨ ਪਤ ਯਨ ਮਨ ਰਹਿਨ ਖਰਾ। ਜੋ ਸਵਾਸਾਂ ਦਾ ਪਤੀ ਜੀਵਾਤਮਾ ਹੈ ਉਸ ਉਨਮਨੀ ਅਵਸਥਾ ਵਿੱਚ ਜਿਸ ਦਾ ਮਨ ਚੰਗਾ ਰਹਿਣ ਲੱਗ ਪਿਆ ਹੈ। ਯੋਗ ਦੀਆਂ 5 ਅਵਸਥਾਵਾਂ ਨੇ, ਖੇਚਰੀ, ਭੂਚਰੀ, ਚਰਚਰੀ, ਅਗੋਚਰੀ ਤੇ ਉਨਮਨੀ। ਖੇਚਰੀ ਜ਼ਬਾਨ ਨੂੰ ਤਾਲਵੇ ਨਾਲ ਲਗਾ ਕੇ ਯੋਗ ਦੀ ਕਿਰਿਆ ਦੁਆਰਾ ਰਸ ਤੱਤਵ ਦਾ ਆਨੰਦ ਲੈਣਾ ਹੈ। ਇਸ ਕਿਰਿਆ ਦੁਆਰਾ ਜੋਗੀ ਜਨ ਆਕਾਸ਼ੀ ਗਿਆਨ ਅਤੇ ਆਕਾਸ਼ ਦੀ ਗਮਤਾ ਦੀ ਪ੍ਰਾਪਤੀ ਕਰਦੇ ਨੇ। ਭੂਚਰੀ ਦੋਵਾਂ ਪ੍ਰਵਟੀਆਂ ਵਿਚਾਲੇ ਨਿਗਾਹ ਟਿਕਾ ਕੇ ਧਿਆਨ ਧਰਨਾ, ਜਿਸ ਨਾਲ ਪ੍ਰਿਥਵੀ ਤੇ ਵਿਚਰਨ ਦੀ ਸ਼ਕਤੀ ਆ ਜਾਂਦੀ ਹੈ। ਚਰਚਰੀ ਤ੍ਰਿਕੁਟੀ ਵਿੱਚ ਸੁਰਤ ਟਿਕਾ ਲੈਣੀ, ਜਿਸ ਨਾਲ ਜਲ ਗਮਤਾ ਦੀ ਸ਼ਕਤੀ ਆਉਂਦੀ ਹੈ। ਅਗੋਚਰੀ ਸਰੀਰ ਦੇ ਚੱਕਰਾਂ ਤੋਂ ਪਰੇ ਹੋਣਾ ਅਤੇ 10ਵੇਂ ਦੁਆਰ ਵਿੱਚ ਪ੍ਰਵੇਸ਼ ਕਰਨ ਦਾ ਸਮਾਂ 10ਵੇਂ ਦੁਆਰ ਦੇ ਸਹੰਸਰ ਦਲ ਕਮਲ ਨੂੰ ਵੇਖ ਲੈਣਾ। ਉਨਮਨੀ 10ਵੇਂ ਦੁਆਰ ਵਿੱਚ ਤਾਲਵੀ ਦੁਆਰਾ ਸਵਾਸਾਂ ਨੂੰ ਖਿੱਚ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਨੀ, ਭਾਵ 10ਵੇਂ ਦੁਆਰ ਵਿੱਚ ਚੇਤਨ ਜੋਤ ਦਾ ਮਿਲਾਪ ਕਰਨਾ ਤੇ ਬ੍ਰਹਮ ਰੰਧਰ ਨੂੰ ਭੰਨ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਨੀ। ਸੋ ਇਉਂ ਕਹਿੰਦੇ ਨੇ ਉਨਮਨੀ ਅਵਸਥਾ ਦਾ ਨਾਮ ਹੈ। ਜੋ ਸਵਾਸਾਂ ਦਾ ਪਤੀ ਜੀਵਾਤਮਾ ਉਸ ਉਨਮਨੀ ਅਵਸਥਾ ਵਿੱਚ ਜਿਸ ਦਾ ਮਨ ਚੰਗਾ ਰਹਿਣ ਲੱਗ ਗਿਆ,
ਇਸੇ ਪ੍ਰਕਾਰ ਪਵਨ ਪਤ ਉਨ ਮਨ ਰਹਿਣ ਖਰਾ। ਜੋ ਉਨਮਨੀ ਅਵਸਥਾ ਦਾ ਪਤੀ ਬ੍ਰਹਮ ਹੈ ਤੇ ਜੋ ਉਸ ਦਾ ਚੰਗਾ ਦਸਵੇਂ ਦਵਾਰ ਰੂਪੀ ਅਸਥਾਨ ਹੈ, ਉਸ ਵਿੱਚ ਜਿਸ ਨੇ ਪ੍ਰਾਣਾਂ ਨੂੰ ਰਹਿਣਾ ਅਸਥਿਤ ਕੀਤਾ, ਜਾਂ ਉਸ ਵਿੱਚ ਜਿਸ ਦੇ ਪਵਨ ਸਵਾਸਾਂ ਨੇ ਰਹਿਣਾ ਠਹਿਰਨਾ ਕੀਤਾ ਹੈ। ਨਹੀਂ ਮਿਰਤ ਨਾ ਜਨਮ ਜਰਾ। ਉਸ ਨੂੰ ਮੌਤ ਦਾ ਡਰ ਨਹੀਂ ਲੱਗਦਾ, ਤੇ ਨਾ ਹੀ ਜਨਮ ਦਾ ਤੇ ਨਾ ਹੀ ਬੁਢੇਪੇ ਦਾ ਭੈ ਲੱਗਦਾ। ਐਸਾ ਉਸ ਅਵਸਥਾ ਵਿੱਚ ਯੋਗਾ ਅਭਿਆਸੀ ਪੁਰਖ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਉਲਟੀ ਲੈ ਸਖਤ ਸਹਾਰੰ। ਜਿਸ ਯੋਗੀ ਨੇ ਯੋਗਾ ਅਭਿਆਸ ਦੀ ਸ਼ਕਤੀ ਦਾ ਆਸਰਾ ਸਹਾਰਾ ਲੈ ਕੇ ਆਪਣੀ ਸੁਰਤ ਨੂੰ 9 ਗੋਲਕਾਂ ਵੱਲੋਂ ਉਲਟਾ ਕੇ 10ਵੇਂ ਦਵਾਰ ਦੇ ਵਿੱਚ ਚੜਾ ਲਿਆ ਹੈ, ਜਾਂ ਯੋਗ ਅਭਿਆਸ ਦੀ ਸ਼ਕਤੀ ਨਾਲ ਸਵਾਸਾਂ ਨੂੰ ਉਲਟਾ ਕੇ ਚੱਲਣਾ ਭਾਵ ਰੋਕਣਾ ਕੀਤਾ ਹੈ। ਪੈਸੀ ਲੈ ਗਗਨ ਮਜਾਰੰ। ਉਸ ਜੋਗੀ ਦੀ ਬਿਰਤੀ ਪ੍ਰਾਣਾਯਾਮ ਦੇ ਬਲ ਨਾਲ 10ਵੇਂ ਦਵਾਰ ਦੇ ਵਿੱਚ ਪ੍ਰਵੇਸ਼ ਹੋ ਗਈ ਹੈ। ਬੇਦੀਆਂ ਲੈ ਚੱਕਰ ਪੁਯੰਗਾ। ਹੋਏ ਈੜੀ ਨੂੰ ਸਿਆਰੀ ਨਹੀਂ ਲਾਉਣੀ ਹੈ। ਭੁਅੰਗਾ ਪਾਠ, ਜਿਸ ਨੇ ਭੁਜੰਗਮਾ ਨਾੜੀ ਦੇ ਰਾਹੀਂ, ਭੁਜੰਗ ਨਾਮ ਹੈ ਸੱਪ ਦਾ, ਰੀੜ ਦੀ ਹੱਡੀ ਦੇ ਆਲੇ ਦੁਆਲੇ ਜਿਸ ਨੇ ਸੱਪ ਵਾਂਗ ਵਲੇਟਾ ਮਾਰਿਆ ਹੋਇਆ, ਥੱਲੇ ਗੁਦਾ ਤੋਂ ਲੈ ਕੇ ਉੱਪਰ 10ਵੇਂ ਦਵਾਰ ਤੱਕ ਜਾਂਦੀ ਹੈ। ਹੇਠਲਾ ਹਿੱਸਾ ਗੁਦਾ ਦੇ ਵਿੱਚ ਖੁੱਲ੍ਹਦਾ ਹੈ ਤੇ ਉੱਪਰਲਾ 10ਵੇਂ ਦਵਾਰ ਵਿੱਚ ਖੁੱਲ੍ਹਦਾ ਹੈ। ਇਹ ਬੜੀ ਮੁਸ਼ਕਲ ਸਾਫ਼ ਹੁੰਦੀ ਹੈ। ਜਿਸ ਨੇ ਭੁਜੰਗਮਾ ਨਾੜੀ ਦੇ ਰਾਹੀਂ ਖੱਟ ਚੱਕਰਾਂ ਦੇ ਤਾਈਂ ਸੋ ਬੇਦੀ ਵਾਲੇ ਇਹਨੂੰ ਮੰਨਿਆ ਹੈ। ਭੇਟੀਆਂ ਲੈ ਰਾਏ ਨੇ ਸੰਗਾ। ਉਹ ਜੋਗੀ ਜਨ 10ਵੇਂ ਦਵਾਰ ਵਿੱਚ ਰਾਏ ਪ੍ਰਕਾਸ਼ ਰੂਪ ਚੇਤਨ ਦੀ ਲਾਟ ਨੂੰ ਨਿਸ਼ੰਕ ਹੋ ਕੇ ਭੇਟੀ ਵਾਲੇ ਮਿਲਿਆ ਹੈ। ਚੂਕੀ ਵਾਲੇ ਮੋਹ ਮਾਏ ਆਸਾ। ਉਸ ਜੋਗੀ ਜਨ ਦੇ ਅੰਦਰੋਂ ਸੰਬੰਧੀਆਂ ਦਾ ਮੋਹ, ਰਿਧੀਆਂ ਸਿੱਧੀਆਂ ਦਾ ਮੋਹ ਤੇ ਮਾਇਆ ਦੀ ਮਯਾਸਾ ਮੋਹ ਰੂਪ ਆਸਾ ਉਮੀਦ ਚੁੱਕੀ ਜਾਂਦੀ ਹੈ। ਇਸੇ ਪ੍ਰਕਾਰ ਚੂਕੀ ਵਾਲੇ ਮੋਹ ਮੈਂ ਆਸਾ। ਸੰਬੰਧੀਆਂ ਦਾ ਮੋਹ, ਪਦਾਰਥਾਂ ਦੀ ਮਈ ਮਮਤਾ ਤੇ ਸੰਸਾਰ ਦੀ ਆਸਾ, ਜਾਂ ਮੋਹ ਰੂਪ ਪਦਾਰਥਾਂ ਦੀ ਆਸਾ ਉਹਦੀ ਨਿਮਰਤ ਹੋ ਜਾਂਦੀ ਹੈ। ਸਾਸ ਕੀਨੋ ਸੂਰਗ ਰਸਾ। ਜਦੋਂ ਚੰਦਰਮਾ ਦੀ ਏੜਾ ਸੁਰ ਦੁਆਰਾ ਪ੍ਰਾਣਾਯਾਮ ਕੀਤਾ, ਤਦੋਂ ਸੂਰਜ ਦੀ ਪਿੰਗਲਾ ਸੁਰ ਨੂੰ ਗਰਸ ਲਿਆ। ਅਰਥਾਤ ਜਿਸ ਵੇਲੇ ਜੋਗੀ ਪੁਰਖ ਨੂੰ ਮਿੱਝ ਢਾਲਣ ਦੀ ਲੋੜ ਸੀ, ਉਦੋਂ ਜੋਗੀ ਜਨ ਸੂਰਜ ਦੀ ਪਿੰਗਲਾ ਸੁਰ ਦੁਆਰਾ ਮਿੱਝ ਨੂੰ ਢਾਲਦਾ ਹੈ। ਪਰ ਜਦੋਂ ਮਿੱਝ ਢਲ ਜਾਂਦੀ ਹੈ ਤੇ ਜਿਹਨੂੰ ਕਹਿੰਦੇ ਨਾੜੀਆਂ ਬਲੌਕ ਹੋ ਗਈਆਂ ਤੇ ਹਾਰਟ ਅਟੈਕ ਆ ਗਿਆ, ਉਹਦੇ 'ਚ ਮਿੱਝ ਮੁੱਝੀ ਫਸ ਜਾਂਦੀ ਹੈ। ਜੋਗੀ ਜਨ ਸਵਾਸਾਂ ਦੁਆਰਾ ਸੂਰਜ ਸੁਰ ਦੁਆਰਾ ਗਰਮੀ ਦੇ ਕੇ ਆਪਦੀਆਂ ਨਾੜੀਆਂ ਨੂੰ ਸਾਫ਼ ਕਰਦਾ ਹੈ ਤੇ ਉਹਨਾਂ ਨੂੰ ਸਾਫ਼ ਕਰਕੇ 10ਵੇਂ ਦਵਾਰ ਦੇ ਵਿੱਚ ਪਹੁੰਚ ਜਾਂਦਾ। ਤੇ ਇਸ ਵਕਤ ਚੰਦਰਮਾ ਦੀ ਏੜਾ ਸੁਰ ਦੁਆਰਾ ਸੂਰਜ ਦੀ ਪਿੰਗਲਾ ਸੁਰ ਨੂੰ ਗਰਸ ਲੈਂਦਾ, ਭਾਵ ਛੱਡ ਦਿੰਦਾ ਹੈ। ਜਬ ਕੁੰਭਕ ਭਰਪੁਰ ਲੀਣਾ। ਜਦੋਂ ਸੁਖਮਨਾ ਨਾੜੀ, ਕੁੰਭਕ ਸੁਖਮਨਾ ਨਾੜੀ ਵਿੱਚ ਜਾਂ 10ਵੇਂ ਦਵਾਰ ਵਿੱਚ ਪ੍ਰਾਣਾਯਾਮ ਦੇ ਬਲ ਨਾਲ ਪਰਿਪੂਰਨ ਵਿਆਪਕ ਜਾਣ ਕੇ ਲੀਨ ਹੋ ਗਿਆ। ਇਸੇ ਪ੍ਰਕਾਰ ਜਬ ਕੁੰਭਕ ਭਰਪੁਰ ਲੀਣਾ। ਜਦੋਂ ਸੁਖਮਨਾ ਦੇ ਵਿੱਚ ਭਰਪੂਰ ਹੋ ਕੇ ਪ੍ਰਾਣਾਯਾਮ ਦੁਆਰਾ ਸਵਾਸਾਂ ਨੂੰ ਲੀਨ ਕਰ ਲਿਆ, ਤਹ ਬਾਜੇ ਅਨਹਦ ਬੀਣਾ। ਵਾਜੇ ਅਨਹਦ ਤੂਰੇ, ਵਾਜੇ 5 ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ।
ਫਿਰ ਉੱਥੇ 10ਵੇਂ ਦੁਆਰ ਵਿੱਚ ਅਨਹਦ ਹੱਦ ਤੋਂ ਰਹਿਤ ਇੱਕ ਰਸ ਵੀਣਾ ਬੜੇ ਸੁੰਦਰ ਤਤੰਤੀ ਆਦਿਕ ਵਾਜੇ ਵਜਾਉਂਦੇ ਨੇ। ਤਤ ਤੰਤੀ ਬਿਤ ਚਰਮਕਾ ਕਨਕਾਸੀ ਕਾ ਜਾਣ ਨਾਦ ਸਵਾਸ ਘਟ ਕੋ ਕਹਿਤ ਤੇ ਸਵਾਸ ਸੁਖਰ ਪੈ ਜਾਣ। ਇਹ ਜਿਹੜੇ ਵਾਜੇ ਨੇ ਵਜਾਉਂਦੇ ਹਨ ਛੈਣਿਆਂ ਦੀ ਆਵਾਜ਼ ਕੈਂ ਪਿੱਤਲ ਦੇ ਜਿਹੜੇ ਹੁੰਦੇ ਨੇ। ਢੋਲ ਚਮੜੇ ਦੀ ਆਵਾਜ਼ ਚਮੜੇ ਵਾਲੇ ਸਾਜ਼ ਤੇ ਸਵਾਸਾਂ ਵਾਲੇ ਜਿਸ ਤਰ੍ਹਾਂ ਬੈਂਡ ਵਾਜਾ ਤੂਤੀ ਵਾਜਾ ਉਹਨਾਂ ਦੀ ਆਵਾਜ਼ ਤੇ ਹਾਰਮੋਨੀਅਮ ਆਦਿਕ ਜਾਂ ਫੌਜੀ ਬੈਂਡ ਇਹ ਸਵਾਸਾਂ ਵਾਲੇ ਹਵਾ ਵਾਲੇ ਵਾਜੇ ਨੇ। ਤੋ ਇੰਜ ਘੜੇ ਦੀ ਆਵਾਜ਼ ਇਹ ਸਾਰਿਆਂ ਦੀ ਮਿਲਵੀ ਆਵਾਜ਼ ਕਹਿੰਦੇ 10ਵੇਂ ਦੁਆਰ ਦੀ ਆਵਾਜ਼ ਹੈ। ਭਗਤਾਂ ਬਕ ਸ਼ਬਦ ਸੁਨਾਇਆ ਜੋ ਬਕ ਕਥਨ ਕਰਨ ਵਾਲੇ ਭਗਤ ਉਪਦੇਸ਼ ਕਰਤਾ ਗੁਰੂ ਜੋਗੀ ਨੇ ਯੋਗਾਨੰਦ ਦੀ ਪ੍ਰਾਪਤੀ ਵਾਸਤੇ ਯੋਗਾ ਅਭਿਆਸ ਦਾ ਸ਼ਬਦ ਸੁਣਾਉਣਾ ਕੀਤਾ ਹੈ। ਸੁਨਤੈ ਸੁਨ ਮਨ ਬਸਾਇਆ ਉਸ ਨੂੰ ਸੁਣਨ ਵਾਲੇ ਸਰੋਤੀ ਅਧਿਕਾਰੀ ਨੇ ਭਾਵ ਯੋਗਾ ਅਭਿਆਸ ਦੀ ਸਿੱਖਿਆ ਲੈਣ ਵਾਲੇ ਅਧਿਕਾਰੀ ਪੁਰਖ ਨੇ ਸੁਣ ਕੇ ਚਿੱਤ ਵਿੱਚ ਵਸਾ ਲਿਆ ਹੈ। ਜਿਵੇਂ ਰਾਜਾ ਸ਼ਿਵਨਾਭ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਵੀ ਸਾਧ ਸੰਗਤ ਜੀਓ ਯੋਗਾ ਅਭਿਆਸ ਹਠ ਯੋਗ ਵੀ ਦ੍ਰਿੜ ਕਰਵਾਇਆ ਸੀਗਾ, ਸਰਵਣ ਕਰਵਾਇਆ ਸੀ, ਉਹਨੂੰ ਜਾਚ ਸਿਖਾਤੀ ਸੀਗੀ। ਤੇਰੀ ਮਰਜ਼ੀ ਆ ਕਰ, ਤੇਰੀ ਮਰਜ਼ੀ ਆ ਭਗਤ ਯੋਗ ਕਰ। ਭਗਤੀ ਯੋਗ ਦਾ ਗਿਆਨ ਦਾ ਉਪਦੇਸ਼ ਵੀ ਦਿੱਤਾ। ਉਹ ਜਿਹੜਾ ਹਠ ਯੋਗ ਦੀ ਪ੍ਰਕਿਰਿਆ ਗੁਰੂ ਸਾਹਿਬ ਨੇ ਸਮਝਾਈ ਉਹ ਪੁਰਾਣ ਸੰਗਲੀ ਗ੍ਰੰਥ ਸ੍ਰੀ ਗੁਰੂ ਅਰਜਨ ਦੇਵ ਕੋਲ ਪਹੁੰਚਿਆ ਸੀ। ਉਹ ਫਿਰ ਮਹਾਰਾਜ ਨੇ ਪੜ੍ਹ ਕੇ ਤੇ ਸਰੋਵਰ ਦੀ ਕਹਿੰਦੇ ਭੇਟਾ ਕਰ ਦਿੱਤਾ ਸੀ ਵੀ ਕਲਯੁਗੀ ਜਿਹੜੇ ਜੀਵ ਨੇ ਇਹ ਸਰੀਰ ਕਮਜ਼ੋਰ ਨੇ, ਐਵੇਂ ਪੁੱਠੇ ਚੱਕਰਾਂ 'ਚ ਘੁੰਮ ਗਏ। ਕਿਉਂਕਿ ਕਿਸੇ ਪੂਰਨ ਜੋਗੀ ਗੁਰੂ ਤੋਂ ਬਗੈਰ ਜੇ ਸਵਾਸ ਤਾਂ ਚਾੜ ਲੈ ਠਾਂ ਉਤਾਰਨ ਦੀ ਜਾਚ ਹੀ ਨਹੀਂ ਆਈ, ਉੱਥੇ ਹੀ ਬੰਦਾ ਫਿਰ ਮਰ ਜਾਂਦਾ। ਉੱਪਰ ਦਾ ਉੱਪਰ ਹੀ ਕੋਈ ਪੂਰਨ ਗੁਰੂ ਹੋਵੇ ਤਾਂ ਉਹਦੀ ਨਿਗਰਾਨੀ ਵਿੱਚ ਯੋਗਾ ਅਭਿਆਸ ਕੀਤਾ ਜਾਏ ਤਾਂ ਸਿਰੇ ਲੱਗਦਾ। ਹਰ ਸਰੀਰ ਵੀ ਆਪ ਦਾ ਬਲ ਵਾਲਾ ਚਾਹੀਦਾ, ਗੁਰੂ ਵੀ ਪੂਰਾ ਚਾਹੀਦਾ ਹੈ, ਔਰ ਲਾਗੇ ਬੈਠਾ ਖੜਾ ਹੋਵੇ। ਉਂਝ ਬੰਦਾ ਉੱਪਰ ਗਿਆ ਫਿਰ ਥੱਲੇ ਨਹੀਂ ਮੁੜਦਾ, ਔਖਾ ਹੋ ਜਾਂਦਾ ਹੈ। ਇਸ ਵਾਸਤੇ ਸੋ ਇਹੋ ਜਿਹੇ ਚੱਕਰਾਂ 'ਚ ਪੈਣ ਦੀ ਬਜਾਏ ਤੇ ਰੱਬ ਰੱਬ ਹੀ ਕਰਨਾ ਚਾਹੀਦਾ। ਵਾਹਿਗੁਰੂ ਵਾਹਿਗੁਰੂ ਭਗਤ ਜੋਗ ਪਿਆਰ ਦੇ ਨਾਲ ਸਾਚ ਕਹੋ ਸੁਨ ਲੇਹੋ ਸਭ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਰ ਕਰਤਾ ਉਤਰਸ ਪਾਰੰ ਜਿਹੜਾ ਪੂਰਨ ਗੁਰੂ ਜੋਗੀ ਉਹਦੇ ਕਥਨ ਕੀਤੇ ਉਪਦੇਸ਼ ਨੂੰ ਜਿਹੜਾ ਪੁਰਖ ਯੋਗਾ ਅਭਿਆਸ ਕਰਨ ਵਾਲਾ ਹੋ ਕੇ ਕਰਦਾ ਹੈ ਕਹੈ ਕਬੀਰਾ ਸਾਰੰ ਉਹ 9 ਗੋਲਕਾਂ ਦੇ ਵਿਸ਼ਿਆਂ ਤੋਂ ਪਾਰ ਹੋ ਜਾਂਦਾ ਹੈ। ਧੰਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇਹ ਅਸੀਂ ਯੋਗਾ ਅਭਿਆਸ ਦਾ ਅਸਲੀ ਸਾਰੰਗ ਤੱਤ ਸਿਧਾਂਤ ਦੱਸਿਆ। ਇਸ ਤਰੀਕੇ ਨਾਲ ਯੋਗਾ ਅਭਿਆਸੀ 10ਵੇਂ ਦੁਆਰ ਵਿੱਚ ਪ੍ਰਾਣ ਚੜਾ ਸਕਦਾ ਹੈ। ਇੱਕ ਵਾਰ ਸਾਡੇ ਮਾਤਾ ਅਜੀਤ ਕੌਰ ਜੀ ਯੋਗਾ ਅਭਿਆਸੀ ਸਨ ਤੇ ਗੁਰੂ ਗੋਬਿੰਦ ਸਿੰਘ ਦਾ ਜੋਗੀਆਂ ਦੇ ਗੁਰੂ ਨੇ ਗੁਰੂ ਨਾਨਕ ਸਾਹਿਬ ਵੀ। ਇਹਨਾਂ ਨੂੰ ਕਿਹੜੀ ਗੱਲ ਭੁੱਲੀ ਹੋਈ ਹੈ, ਇਹ ਸਾਰੇ ਹੀ ਰਸਤੇ ਜਾਣਦੇ ਨੇ, ਇਹਨਾਂ ਨੂੰ ਕੁਝ ਭੁੱਲਿਆ ਨਹੀਂ ਹੋਇਆ। ਦੁਸ਼ਟ ਦਮਨ ਦੀ ਸਮਾਧੀ ਵੇਖੋ ਸਤਿਯੁਗ ਤੋਂ ਲੈ ਕੇ ਕਲਯੁਗ ਤੱਕ ਦੀ ਸੀਗੀ, ਐਵੇਂ ਥੋੜ੍ਹਾ ਲੱਗਦੀ ਹੈ ਯੋਗਾ ਅਭਿਆਸ ਤੋਂ ਬਗੈਰ। ਗੁਰੂ ਤੇਗ ਬਹਾਦਰ ਜਿਹੜੇ ਪਿਤਾ ਜੀ ਉਹ ਵੀ ਤਾਂ ਪੁਰਾਣੇ ਤਪਸਵੀ ਆਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ 36 ਯੁੱਗ ਸਮਾਧੀ ਲਾਈ। 36 ਘੰਟੇ ਬਹਿ ਕੇ ਕੋਈ ਦਿਖਾਏ, ਉਹ ਵੀ ਤਾਂ ਯੋਗਾ ਅਭਿਆਸ ਤੋਂ ਬਗੈਰ ਥੋੜ੍ਹਾ ਹੋ ਸਕਦਾ। 36 ਯੁੱਗ ਵਰਤੈ ਗੁਬਾਰੈ ਤਾੜੀ ਲਾਈ ਅਪਰ ਅਪਾਰੈ ਤੁੰਦੂ ਕਾ ਨਿਰਾਲਮ ਬੈਠਾ ਨਾ ਤਾਂ ਤੰਦ ਪਸਾਰਾ ਹੈ। ਪਰ ਆਪਦੇ ਸਿੱਖਾਂ ਨੂੰ ਨਹੀਂ ਯੋਗਾ ਅਭਿਆਸ ਦੱਸਿਆ, ਭਗਤ ਯੋਗ ਸਿਖਾਇਆ ਹੈ। ਦੁਸ਼ਟ ਦਮਨ ਨੇ ਵੀ ਹੇਮਕੁੰਡ ਦੀ ਪਹਾੜੀ ਤੇ ਪੱਥਰ ਤੇ 4 ਯੁੱਗ ਦਾ ਚੌਂਕੜਾ ਮਾਰਿਆ, ਪਰ ਸਿੱਖਾਂ ਨੂੰ ਬਾਣੀ ਸੁਣਾਈ ਹੈ। ਰੇਮਨ ਐਸੋ ਕਰ ਸੰਨਿਆਸ ਬਾਂਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੀ ਉਦਾਸਾ। ਗੁਰੂ ਸਾਹਿਬ ਨੂੰ ਕੋਈ ਗੱਲ ਭੁੱਲੀ ਨਹੀਂ। ਮਾਤਾ ਅਜੀਤ ਕੌਰ ਜੀ ਨੇ ਇੱਕ ਵਾਰ ਜਿੱਦ ਕੀਤੀ, ਕਹਿੰਦੇ ਗੁਰੂ ਸਾਹਿਬ ਜੀ ਜਿਹੜੇ ਜੋਗੀ ਲੋਕ ਨੇ ਬੜੀਆਂ ਗੱਲਾਂ ਕਰਦੇ ਨੇ, ਮੈਨੂੰ ਕਹਿੰਦੇ ਤੁਸੀਂ ਜੋਗੀ ਬਣਾਓ।
ਤੁਹਾਡੇ ਘਰ ਆਏ ਹਾਂ ਭਾਗਾਂ ਨਾਲ, ਯੋਗਾ ਅਭਿਆਸ ਦੀ ਪ੍ਰਕਿਰਿਆ ਸਮਝਾਓ। ਸਤਿਗੁਰੂ ਜੀ ਕਹਿਣ ਲੱਗੇ ਕਿ ਅਜੀਤ ਕੌਰ ਜੀ, ਆਪਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਆ, ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ। ਆਪ ਦਾ ਨਿਤਨੇਮ ਕਰਿਆ ਕਰੋ ਜਿੰਨਾ ਵੀ ਹੋ ਸਕਦਾ, ਅਤੇ ਵਾਹਿਗੁਰੂ ਵਾਹਿਗੁਰੂ ਜਿੰਨਾ ਕੁ ਪਿਆਰ ਨਾਲ ਕਿਹਾ ਜਾ ਸਕਦਾ ਕਰੋ। ਹਠ ਯੋਗ ਦੀ ਪ੍ਰਕਿਰਿਆ 'ਚ ਗੁਰੂ ਸਾਹਿਬ ਨੇ ਨਹੀਂ ਸਾਨੂੰ ਪਾਇਆ। ਕਹਿੰਦੇ ਫਿਰ ਵੀ ਮਹਾਰਾਜ ਜਹਾਜ਼ ਤਾਂ ਸਿਖਾਓ। ਮੇਰਾ ਚਿੱਤ ਕਰਦਾ ਵੀ ਮੈਂ ਜੋਗੀ ਬਣਾ। ਮਹਾਰਾਜ ਕਹਿੰਦੇ ਫਿਰ ਬੈਠ ਚੌਂਕੜਾ ਮਾਰ। ਗੁਰੂ ਸਾਹਿਬ ਨੇ ਸਿਰ 'ਤੇ ਹੱਥ ਰੱਖਿਆ, ਕਹਿੰਦੇ ਅੱਖਾਂ ਬੰਦ ਕਰ। ਇਹ ਜਿਹੜੀ ਪ੍ਰਕਿਰਿਆ ਹੈ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਘੱਟੋ ਘੱਟ 10-12 ਸਾਲ ਤਾਂ ਚਾਹੀਦੇ ਨੇ। ਕਈ ਵਾਰ ਪੂਰੀ ਲਾਈਫ ਲੱਗ ਜਾਂਦੀ, ਕਈ ਉੱਪਰ ਚੜੇ ਮਰ ਜਾਂਦੇ, ਉਹ ਫਿਰ ਅਗਲੇ ਜਨਮ 'ਚ ਫਿਰ ਜੋਗੀ ਬਣਨਾ ਪੈਂਦਾ। ਗਾਂ ਦੀ ਗਾਂ ਪਤਾ ਨਹੀਂ ਕਈ ਜਨਮ ਲੱਗ ਸਕਦੇ। ਸਰੀਰ ਦੀ ਕੱਲੀ ਕੱਲੀ ਨਾੜੀ ਸਾਫ਼ ਕਰਕੇ, ਸਾਰੇ ਸਰੀਰ ਨੂੰ ਸਾਫ਼ ਕਰਕੇ ਫਿਰ 10ਵੇਂ ਦੁਆਰ 'ਚ ਜੋਗੀ ਪਹੁੰਚਦਾ। ਇਸੇ ਤਰ੍ਹਾਂ ਹੀ ਮਹਾਰਾਜ ਨੇ ਏੜਾ ਤੇ ਪਿੰਗਲਾ ਸੁਰਾਂ ਨੂੰ ਸਮਝਾਇਆ। ਸੱਜੀ ਤੇ ਖੱਬੀ ਸੁਰ ਦਾ ਗਿਆਨ ਦਿੱਤਾ, ਇੱਕ ਸੂਰਜ ਦੀ, ਇੱਕ ਚੰਦਰਮਾ ਦੀ। ਤੋ ਸਵਾਸਾਂ ਦੀ ਪ੍ਰਕਿਰਿਆ ਦੱਸੀ ਵੀ ਇੱਕ ਰਾਹੀਂ ਤਾਂ ਚਾੜੋ, ਦੂਜੀ ਥਾਣੀ ਠਾਂ ਤਾਰੋ। ਸਵਾਸ ਚੱਲ ਪਏ। ਫਿਰ ਕਹਿੰਦੇ ਖੱਬੀ ਥਾਣੀ ਤਾਂ ਚੜਾ ਕੇ ਸੱਜੀ ਥਾਣੀ ਹੇਠਾਂ ਤਾਰੋ। ਉਹ ਪ੍ਰਕਿਰਿਆ ਚੱਲ ਪਈ। ਫਿਰ ਕਹਿੰਦੇ ਪਰਵੱਟਿਆਂ ਵਿਚਕਾਰ ਸੁਖਮਨ ਨਾੜੀ 'ਤੇ ਜ਼ੋਰ ਪਾਓ, ਅਤੇ ਉੱਥੇ ਸਵਾਸਾਂ ਨੂੰ ਟਿਕਾਇਆ, ਜਾਂਚ ਦੱਸੀ। ਉਹਦੇ ਤੋਂ ਬਾਅਦ ਕਹਿੰਦੇ ਜ਼ੋਰ ਮਾਰੋ ਤੇ ਤ੍ਰਿਕੁਟੀ ਛੂਟੈ 10ਵਾਂ ਦਰ ਖੁੱਲ੍ਹ ਤਾਂ ਮਨ ਖੀਵਾ ਭਾਈ। ਉਹ ਦਰਵਾਜ਼ਾ ਮੰਨਿਆ ਤ੍ਰਿਕੁਟੀ। ਜਦ ਉਹ ਛੁੱਟ ਗਈ, ਦਰਵਾਜ਼ਾ ਖੁੱਲ੍ਹ ਗਿਆ ਅਤੇ 10ਵੇਂ ਦੁਆਰ 'ਚ ਸਵਾਸ ਪਹੁੰਚ ਗਏ। ਮਾਰੇ ਕਹਿੰਦੇ ਕਿੱਥੇ ਆ? ਕਹਿੰਦੇ ਜੀ 10ਵੇਂ ਦੁਆਰ 'ਚ। ਕਹਿੰਦੇ ਉੱਥੇ ਕੀ ਆ? ਤੇ ਅਨੇਕ ਵਾਜੇ ਉਹ ਮਹਾਰਾਜ ਨੇ ਆਨੰਦ ਸਾਹਿਬ ਦੇ ਵਿੱਚ ਲਿਖਿਆ ਹੋਇਆ। 9 ਦੁਆਰੇ ਗੁਪਤ ਕੀਏ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਸ ਪੌੜੀ ਦੇ ਵਿੱਚ ਸਾਰੀ ਵਿਆਖਿਆ ਹੈ। ਕਹਿੰਦੇ ਜੀ ਬੜਾ ਰਾਗ ਰੰਗ ਹੈ, ਬੜਾ ਸੰਗੀਤ ਹੈ, ਬੜਾ ਆਨੰਦ ਹੈ, ਬਹੁਤ ਹੀ ਆਨੰਦ, ਬੜਾ ਹੀ ਸੁੱਖ ਹੈ। ਵਾਜੇ ਗਾਜੇ ਸਭ ਕੁਝ ਸੁਣ ਰਿਹਾ ਹੈ, ਸਭ ਕੁਝ ਦੇਖ ਰਿਹਾ ਹੈ ਕਿ ਕੀ ਹੋ ਰਿਹਾ ਦੁਨੀਆ 'ਚ। ਅੰਤਰਜਾਮਤਾ ਹੈ, ਕਿੱਥੇ ਕੌਣ ਬੈਠਾ ਹੋਇਆ, ਕਿਹੜੀ ਗੱਲ ਕਰ ਰਿਹਾ, ਸਭ ਕੁਝ ਪ੍ਰਾਪਤ ਹੈ। ਸੱਚੇ ਪਾਤਸ਼ਾਹ ਕਹਿੰਦੇ ਵਾਧਾ ਘਟਦਾ ਹੈ? ਕਹਿੰਦੇ ਜੀ ਹਾਂ। ਜੇ ਤਾਂ ਇਕਾਗਰਤਾ ਹੈ ਫਿਰ ਵੱਧ ਹੈ, ਜੇ ਰੌਲਾ ਹੈ ਫਿਰ ਘੱਟ ਹੈ। ਮਾਰੇ ਕਹਿੰਦੇ ਤੂੰ ਇਉਂ ਕਰ, ਤੂੰ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ। ਜਿਹੜਾ ਜੋਗੀ ਹੈ ਉਹ ਕੇਵਲ ਸਵਾਸਾਂ ਨੂੰ ਹੀ ਤਾਂ ਠਾਂ ਕਰਦਾ ਹੈ, ਸਵਾਸਾਂ 'ਚ ਧਿਆਨ ਰੱਖਦਾ, ਅਤੇ ਪਰ ਉਹ ਕਹਿੰਦਾ ਕੁਛ ਨਹੀਂ। ਜਾਂ ਕਈ ਜਾਦੂ ਟੂਣਿਆਂ ਵਾਲੇ ਮੰਤਰ ਪੜ੍ਹਦੇ ਨੇ। ਮੈਂ ਤਾਂ ਥਰ ਕੰਬਦਾ ਇਹੋ ਜਿਹੇ ਮੰਤਰਾਂ ਤੋਂ। ਮੂਲ ਮੰਤਰ ਹੀ ਸਭ ਤੋਂ ਸ੍ਰੇਸ਼ਟ ਹੈ। ਸਤਿਗੁਰ ਸਿੱਖ ਲੀਵ ਮੂਲ ਮੰਤਰ, ਆਨ ਤੰਤਰ ਮੰਤਰ ਕੀ ਨਾ ਸਿੱਖਣ ਪ੍ਰਤੀਤ ਹੈ। ਅਤੇ ਮਹਾਰਾਜ ਕਹਿੰਦੇ ਵੀ ਤੂੰ ਇਉਂ ਕਰ, ਵਾਹਿਗੁਰੂ ਵਾਹਿਗੁਰੂ ਕਹਿ। ਉਹਨੇ ਵਾਹਿਗੁਰੂ ਕਹਿਣਾ ਸ਼ੁਰੂ ਕੀਤਾ। ਫਿਰ ਇੰਨਾ ਸੋਹਣਾ ਕੀਰਤਨ ਸ਼ੁਰੂ ਹੋਇਆ, ਇੰਨਾ ਸੋਹਣਾ ਜਿਸ ਤਰ੍ਹਾਂ ਅਖੰਡ ਕੀਰਤਨੀਏ ਕਰਦੇ ਨੇ। ਸੋਹਣੇ ਸਾਜ਼ ਵੱਜ ਰਹੇ ਨੇ, ਨਾਲ ਬਾਣੀ ਦਾ ਪਾਠ ਹੋ ਰਿਹਾ, ਸਭ ਕੁਛ ਵਧੀਆ ਲੱਗ ਰਿਹਾ। ਨਾਲ ਵਾਹਿਗੁਰੂ ਕੋਈ ਕਰ ਰਿਹਾ, ਵਾਹਿਗੁਰੂ ਦੀ ਆਵਾਜ਼ ਵੀ ਆ ਰਹੀ ਹੈ, ਬਾਣੀ ਦਾ ਕੀਰਤਨ ਵੀ ਆ ਰਿਹਾ। ਅਖੰਡ ਕੀਰਤਨ ਦਿਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਮਾਰੇ ਕਹਿੰਦੇ ਕਿੰਨਾ ਕੁ ਆਨੰਦ ਹੈ? ਕਹਿੰਦੇ ਜੀ ਉਹ ਪਹਿਲੇ ਨਾਲੋਂ ਕਰੋੜਾਂ ਹਜ਼ਾਰਾਂ ਗੁਣਾ ਵੱਧ ਆਨੰਦ ਹੈ। ਇੱਕ ਰਸ ਹੈ, ਵਾਧਾ ਤੇ ਘਟਦਾ ਨਹੀਂ ਹੈ। ਅਰ ਚਾਨਣੀ ਚਾਨਿਆ ਚਿੱਟ ਚਟਾਨ ਪ੍ਰਕਾਸ਼ ਹੀ ਪ੍ਰਕਾਸ਼, ਤਿੱਥੈ ਲੋ ਲੋ ਆਕਾਰ। ਕਹਿੰਦੇ ਵਾਹਿਗੁਰੂ ਦੀ ਕਰਾਮਾਤ ਹੈ ਨਾ? ਕਹਿੰਦੇ ਜੀ ਹਾਂ, ਵਾਹਿਗੁਰੂ ਦੇ ਵਿੱਚੋਂ ਲਾਈਟ ਮਿਲੀ ਹੈ। ਅਤੇ ਫਿਰ ਮਹਾਰਾਜ ਕਹਿੰਦੇ ਵੀ ਤੈਨੂੰ ਪਹਿਲਾਂ ਹੀ ਆਖਿਆ ਸੀ ਵੀ ਤੂੰ ਵਾਹਿਗੁਰੂ ਕਹਿ। ਉੱਪਰ ਜਾ ਕੇ ਵੀ ਉੱਥੇ ਟੰਬਣੇ 'ਤੇ ਚੜ੍ਹ ਕੇ ਵੀ ਤਾਂ ਵਾਹਿਗੁਰੂ ਕਹਿਣਾ ਹੀ ਹੈ। ਚੁਬਾਰੇ ਚੜ੍ਹ ਕੇ ਇੱਥੇ ਬੈਠੇ ਆਖੀ ਜਾਓ, ਗੱਜ ਕੇ ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਤਾਂ ਮਹਾਰਾਜ ਦਿਖਾ ਦੇ ਫਿਰ ਤਾਂ ਵਾਹ ਭਲੀ, ਨਹੀਂ ਤਾਂ ਦੌੜ ਭੱਜ ਨਹੀਂ ਕਰਨੀ। ਮੈਨੂੰ ਤਾਂ ਜਿਹੜਾ ਕਹੇ ਮੈਂ ਕਹਿਣਾ ਆਪਦੇ ਰਾਹ ਪਾਓ, ਆਪਾਂ ਨੂੰ ਤਾਂ ਕਥਾ ਹੀ ਚੰਗੀ ਹੈ। ਇਸ ਵਾਸਤੇ ਜੋ ਮਹਾਰਾਜ ਨੇ ਸਿਖਾਤੀ ਹੈ, 1430 ਅੰਗ ਨਹੀਂ ਪੜ੍ਹੇ ਜਾਂਦੇ। ਤੋ 10ਵੇਂ ਦੁਆਰ ਦਾ ਨਾਮ ਲੈ ਕੇ ਦੁਨੀਆ ਆਪਦੇ ਮਗਰ ਲਾਉਂਦੀ ਹੈ। ਘਰੋਂ ਘਰ ਲੋਕਾਂ ਦੁਕਾਨਾਂ ਖੋਲ੍ਹੀਆਂ ਹੋਈਆਂ, ਕਿਸੇ ਦੇ ਮਗਰ ਨਾ ਲੱਗੋ। 5 ਪੈਰਾਂ ਕੋਲ ਅੰਮ੍ਰਿਤ ਛਕੋ, ਰੱਬ ਦਾ ਨਾਮ ਲਓ। ਪੁੱਠੇ ਹੋ ਕੇ, ਸਿੱਧੇ ਹੋ ਕੇ, ਲੰਮੇ ਪੈ ਕੇ, ਖੜੇ ਹੋ ਕੇ, ਬਹਿ ਕੇ, ਖਲੋ ਕੇ, ਜਿਸ ਤਰ੍ਹਾਂ ਵੀ ਲਿਆ ਜਾਂਦਾ, ਬਸ ਕਹਿਣਾ ਹੈ ਵਾਹਿਗੁਰੂ। ਅਤੇ ਇਹ ਮਹਾਰਾਜ ਨੇ ਅੱਜ ਦਾ ਸਿਧਾਂਤ ਬਖਸ਼ਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਸਿਮਰਨ ਹੈ ਸਭ ਤੋਂ ਉੱਤਮ ਹੈ,
ਪਾਤਸ਼ਾਹ ਜੀ ਦਾ ਬਚਨ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਨਾ ਜੋਗੀ ਉੱਚਾ, ਨਾ ਦਸਵਾਂ ਦਵਾਰ ਉੱਚਾ, ਨਾ ਹੱਠ ਜੋਗ ਉੱਚਾ। ਉੱਚਾ ਹੈ ਵਾਹਿਗੁਰੂ ਦਾ ਸਿਮਰਨ। ਜਿਸ ਤਰ੍ਹਾਂ ਵੀ ਹੁੰਦਾ ਉਸ ਤਰ੍ਹਾਂ ਹੀ ਕਰੋ, ਪਰ ਕਰੋ ਜ਼ਰੂਰ। ਗੁਰੂ ਸਾਹਿਬ ਦੀ ਕਿਰਪਾ ਹੋਵੇਗੀ। ਮਹਾਰਾਜ ਬਖਸ਼ਿਸ਼ਾਂ ਰਹਿਮਤਾਂ ਵਰਤਾਉਣ ਲਈ ਇੱਥੇ ਬੈਠੇ ਨੇ, ਪਰ ਲੈਣ ਵਾਲਾ ਕੋਈ ਨਹੀਂ ਹੈ। ਲੈਣ ਵਾਲੇ ਬਣੀਏ, ਝੋਲੀਆਂ ਭਰ ਕੇ ਜਾਈਏ। ਗੁਰੂ ਸਾਹਿਬ ਦੀ ਕਿਰਪਾ ਹੋਵੇ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਬਖਤ ਬਕ ਸ਼ਬਦ ਸੁਨਾਇਆ, ਸੁਨਤਾ ਸੁਨ ਮਨ ਬਸਾਇਆ। ਕਰ ਕਰਤਾ ਉਤਰਸ ਪਾਰੰ, ਕਹਿ ਕਬੀਰਾ ਸਾਰੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।